ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਦੋਹਰਾ ਨਿਰਗੁਣ ਜੀਵਰੋ ਈਸ਼ਰ ਸੋਗੁਨਾ ਚੇਤਨ ਕਲਾ ਦੋਹਨ ਸਮਪਨਾ ਨਦੀ ਈਸ਼ ਵਾਹ ਲਖ ਜੀਵ ਪਰੇ ਸਮੁੰਦਰ ਰੂਪ ਜਲ ਥੀਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪੈਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਆਤਮ ਦਰਸ਼ਨ ਇਤਿਹਾਸ ਦੇ ਵਿੱਚੋਂ ਕਥਾ ਸਰਵਣ ਕਰ ਰਹੇ ਹਾਂ। ਭਾਈ ਦਇਆ ਸਿੰਘ ਜੀ ਨੇ ਜੋ ਬਚਨ ਸੁਣਾਉਣੇ ਕੀਤੇ, ਦੱਸ ਰਹੇ ਸੀ ਕਿ ਆਤਮ ਗਿਆਨ ਕੀ ਹੈ। ਨਿਰਗੁਣ ਜੀਵ ਤੇ ਈਸ਼ਵਰ ਸਰਗੁਣ ਭਾਵ ਸਾਰੇ ਗੁਣਾਂ ਦੇ ਨਾਲ ਸੰਪੰਨ ਪਰਮੇਸ਼ਰ ਅਤੇ ਇਹ ਜੀਵ ਜਿਸ ਦੇ ਵਿੱਚ ਨਿਰਗੁਣ ਹੈ ਭਾਵ ਜਿਹਦੇ ਵਿੱਚ ਉਹ ਗੁਣ ਨਹੀਂ ਜੋ ਪਰਮੇਸ਼ਰ ਵਿੱਚ ਹਨ, ਪਰ ਅਸਲ ਵਿੱਚ ਦੋਨਾਂ ਦੀ ਪਾਵਰ ਇੱਕੋ ਹੀ ਹੈ। ਦੋਨਾਂ ਵਿੱਚ ਇੱਕੋ ਹੀ ਚੇਤਨਾ ਸ਼ਕਤੀ ਜਿਹੜੀ ਹੈ ਉਹ ਚੱਲ ਰਹੀ ਹੈ। ਚੇਤਨਾ ਕਲਾ ਜੀਵ ਤੇ ਪਰਮੇਸ਼ਰ ਜਿਹੜੇ ਹਨ ਉਹ ਇੱਕੋ ਹੀ ਤੱਤ ਦੇ ਹਨ। ਦੋਨਾਂ ਦਾ ਤੱਤ ਇੱਕੋ ਹੀ ਹੈ। ਜਿਸ ਤਰ੍ਹਾਂ ਨਦੀ ਨਾਲਾ ਤੇ ਸਮੁੰਦਰ, ਨਦੀਆਂ ਨਾਲਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸੀ ਮਿਲਤ ਪਵਿੱਤਰ ਪਾਵਨ ਹੋ ਜਾਏ। ਨਦੀਆਂ ਸਾਡੇ ਆਸੇ ਪਾਸੇ ਕਿੰਨੀਆਂ ਵਗਦੀਆਂ, ਪਰ ਉਹਨਾਂ ਨਦੀਆਂ ਦੇ ਪਾਣੀ ਨੂੰ ਕੋਈ ਪਵਿੱਤਰ ਨਹੀਂ ਕਹਿੰਦਾ ਗਾ। ਨਾਲੇ ਕਿੰਨੇ ਵਗਦੇ ਆ, ਉਹਨਾਂ ਨੂੰ ਕੋਈ ਪਵਿੱਤਰ ਨਹੀਂ ਕਹਿੰਦਾ। ਬੜੇ ਪ੍ਰਦੂਸ਼ਿਤ ਆ ਇਹਨਾਂ ਵਿੱਚ ਤਾਂ ਭਾਈ ਪ੍ਰਦੂਸ਼ਣ ਪੈ ਚੁੱਕੇ ਆ। ਪਰ ਜੇ ਕਿਤੇ ਇਹਨਾਂ ਹੀ ਨਦੀਆਂ ਨਾਲਿਆਂ ਦਾ ਪਾਣੀ ਗੰਗਾ ਵਿੱਚ ਜਾ ਕੇ ਮਿਲ ਜਾਵੇ, ਫਿਰ ਸਾਰੀ ਦੁਨੀਆ ਕਹਿੰਦੀ ਹੈ ਗੰਗਾ ਦਾ ਜਲ ਹੈ ਬਈ ਪਵਿੱਤਰ ਹੈ, ਇਹ ਤਾਂ ਮੁਰਦਿਆਂ ਨੂੰ ਦੇ ਦਿਓ ਤਾਂ ਉਹਨਾਂ ਦੀ ਮੁਕਤੀ ਕਰਨ ਵਾਲਾ ਹੈ। ਕੋਈ ਸਤਨਾਮ ਸੀ ਜਲ ਉਹੀ ਹੈ। ਕਾਸ਼ੀ ਵਿੱਚ ਮੀਂਹ ਪੈਂਦਾ ਹੀ ਹੋਣਾ, ਹਰਿਦੁਆਰ 'ਚ, ਅਤੇ ਸਾਰੇ ਸ਼ਹਿਰ ਦੇ ਵਿੱਚੋਂ ਗਲੀਆਂ ਵਿੱਚੋਂ ਲੰਘਦਾ ਪਾਣੀ ਆ ਕੇ ਗੰਗਾ ਨਦੀ 'ਚ ਪੈਂਦਾ ਹੋਣਾ। ਪਰ ਜਦੋਂ ਗੰਗਾ ਵਿੱਚ ਮਿਲ ਗਿਆ ਫਿਰ ਉਹ ਨਦੀਆਂ ਨਾਲਿਆਂ ਦਾ ਪਾਣੀ ਨਹੀਂ ਰਹਿੰਦਾ। ਕੋਈ ਸਤਨਾਮ ਮੀਂਹ ਦਾ ਪਾਣੀ ਨਹੀਂ ਰਹਿੰਦਾ, ਪਿੰਡਾਂ ਦੀਆਂ ਗਲੀਆਂ ਦਾ ਪਾਣੀ ਨਹੀਂ ਵੱਜਦਾ, ਉਹ ਗੰਗਾ ਦਾ ਜਲ ਵੱਜਦਾ। ਕਹੋ ਸਤਨਾਮ। ਇਸੇ ਤਰ੍ਹਾਂ ਹੀ ਇਹ ਜੀਵ ਜਿਹੜਾ ਹੈ, ਜਿੰਨਾ ਚਿਰ ਇਹਨਾਂ ਸਰੀਰਾਂ ਵਿੱਚ ਵਿਚਰਿਆ ਓਨਾ ਚਿਰ ਜੀਵ ਆ। ਪਰ ਜਦੋਂ ਇਹ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਵਿੱਚ ਮਿਲ ਗਿਆ ਫਿਰ ਇਹ ਜੀਵ ਨਹੀਂ ਰਹਿੰਦਾ, ਫਿਰ ਇਹ ਪਰਮੇਸ਼ਰ ਹੋ ਜਾਂਦਾ ਹੈ। ਜਿਸ ਤਰ੍ਹਾਂ ਨਦੀਆਂ ਨਾਲਿਆਂ ਦਾ ਪਾਣੀ
ਸਮੁੰਦਰ ਵਿੱਚ ਪੈਣ ਤੋਂ ਬਾਅਦ ਸਮੁੰਦਰ ਹੀ ਅਖਵਾਉਂਦਾ, ਉਹਨੂੰ ਕੋਈ ਨਦੀਆਂ ਨਾਲਿਆਂ ਦਾ ਪਾਣੀ ਨਹੀਂ ਕਹਿੰਦਾ। ਕਬੀਰ ਸਾਹਿਬ ਜੀ ਦਾ ਬਚਨ ਹੈ, ਪਾਤਸ਼ਾਹ ਜੀ ਦੇ ਬਚਨ ਹਨ ਗੁਰਬਾਣੀ ਵਿੱਚ ਬੇਅੰਤ ਇਸ ਵਿਸ਼ੇ ਤੇ। ਨਦੀਆਂ ਨਾਲਿਆਂ ਕਾ ਜਲ ਜਾਏ ਪਵੈ ਵੇ ਸੁਰਸਰੀ। ਸੁਰਸਰੀ ਕਹਿੰਦੇ ਹੈ ਗੰਗਾ ਨੂੰ, ਸੁਰ ਕਹਿੰਦੇ ਆ ਦੇਵਤਿਆਂ ਨੂੰ, ਦੇਵਤਿਆਂ ਦੀ ਨਦੀ, ਗੰਗਾ ਨੂੰ ਦੇਵਤਿਆਂ ਦੀ ਨਦੀ ਕਹਿੰਦੇ ਆ। ਕੋਈ ਸਤਨਾਮ। ਜਦੋਂ ਉਹਦੇ ਵਿੱਚ ਜਾ ਕੇ ਪੈ ਜਾਂਦਾ ਤੇ ਉਹ ਪਾਣੀ ਵੀ ਗੰਗਾ ਜਲ ਹੋ ਜਾਂਦਾ। ਇਸੇ ਤਰ੍ਹਾਂ ਹੀ ਇਹ ਜੀਵ ਵੀ ਜਦੋਂ ਗੁਰੂ ਨਾਲ ਜੁੜ ਜਾਂਦਾ, ਇਹ ਪਰਮੇਸ਼ਰ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ। ਹੋਰ ਤਾਂ ਹੋਰ ਨੇੜੇ ਦੀ ਗੱਲ ਸੁਣ ਲਓ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੰਨਾ ਵੀ ਸਮਾਨ ਲੱਗਿਆ ਹੈ, ਤੁਸੀਂ ਇਹਨੂੰ ਵੀ ਸਾਹਿਬ ਕਹੀ ਜਾਂਦੇ ਹੋ। ਕੋਈ ਸਤਨਾਮ। ਅਰਮਾਲਾ ਸਾਹਿਬ ਹੈ ਜੀ, ਆਹ ਸ੍ਰੀ ਸਾਹਿਬ ਹੈ, ਇਹ ਖੰਡਾ ਸਾਹਿਬ ਹੈ, ਇਹ ਮੰਜੀ ਸਾਹਿਬ ਹੈ, ਪੀੜਾ ਸਾਹਿਬ ਹੈ। ਇਹ ਸਾਹਿਬ ਦੇ ਨਾਲ ਲੱਗਣ ਕਰਕੇ ਸਾਰੇ ਸਾਹਿਬ ਹੋ ਗਏ। ਕੋਈ ਸਤਨਾਮ। ਇਹ ਸਾਹਿਬ ਦੀ ਸੇਵਾ 'ਚ ਹੈ। ਇਹੀ ਕੱਪੜਾ ਥਾਨਾਂ 'ਚ ਪਿਆ ਦੁਕਾਨਾਂ ਦੇ ਉੱਤੇ, ਉੱਥੇ ਕੋਈ ਸਾਹਿਬ ਨਹੀਂ ਕਹਿੰਦਾ ਜਿੰਨਾ ਚਿਰ ਇਹ ਰਮਾਲਾ ਬਣ ਕੇ ਗੁਰੂ ਸਾਹਿਬ ਦੇ ਲੱਗਦਾ ਨਹੀਂ। ਕੋਈ ਸਤਨਾਮ। ਇਸੇ ਤਰ੍ਹਾਂ ਹੀ ਸਾਡੇ ਜੀਵਾਂ ਦੀ ਹਾਲਤ ਹੈ ਕਿ ਜਦੋਂ ਇਹ ਜੀਵ ਗੁਰੂ ਵਾਲਾ ਬਣ ਕੇ ਗੁਰੂ ਦੇ ਚਰਨੀ ਲੱਗ ਜਾਂਦਾ ਤੇ ਫਿਰ ਇਹ ਵੀ ਸਾਹਿਬ ਹੋ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ। ਕੱਲ੍ਹ ਆਪਾਂ ਵਿਚਾਰਾਂ ਇੱਥੇ ਛੱਡੀਆਂ ਸੀ, ਆਓ ਅੱਗੇ ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗੁਣ ਜੀਵਰੋ ਈਸ਼ਰ ਸੋ ਗੁਨਾ ਚੇਤਨ ਕਲਾ ਦੋਹਨ ਸੰਪਨਾ। ਨਿਰਗੁਣ ਜੀਵ ਤੇ ਸਰਗੁਣ ਪਰਮੇਸ਼ਰ, ਇਹਨਾਂ ਦੋਹਾਂ ਦੇ ਵਿੱਚ ਚੇਤਨਾ ਇੱਕੋ ਹੀ ਚੱਲਦੀ ਹੈ। ਨਦੀ ਈਸ਼ਵਾਹ ਲਖ ਜੀਵ ਪਰੇ ਸਮੁੰਦਰ ਰੂਪ ਜਲ ਥੀਵ। ਨਦੀਆਂ ਨਾਲਿਆਂ ਸਮੁੰਦਰਾਂ ਸਾਰਿਆਂ ਦੇ ਵਿੱਚ ਹੀ ਜਲ ਵਗਦਾ ਹੈ, ਪਰ ਜਦੋਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਜਾਂਦੇ ਹਨ ਤਾਂ ਇਹ ਸਮੁੰਦਰ ਦਾ ਰੂਪ ਹੋ ਜਾਂਦੇ ਹੈ। ਇਹੀ ਹਾਲ ਸਾਡੇ ਜੀਵਾਂ ਦਾ ਹੈ ਜੀ। ਇਤਿਆਦਿਕ ਲਿਓ ਅਰਥ ਵਿਚਾਰ ਬਦੇ ਗ੍ਰੰਥ ਜੇ ਕਰੋ ਵਿਸਥਾਰ। ਭਾਈ ਸਾਹਿਬ ਜੀ ਕਹਿੰਦੇ ਵੈਸੇ ਸਮਝਣ ਤਾਂ ਬੰਦਾ ਇੰਨੀ ਗੱਲ 'ਚ ਸਮਝ ਸਕਦਾ ਹੈ, ਜੇ ਜ਼ਿਆਦਾ ਮੈਂ ਕਹੀ ਜਾਵਾਂ ਉਦਾਹਰਨਾਂ ਦੇ ਕੇ ਤੇ ਇਹ ਗ੍ਰੰਥ ਬਹੁਤ ਵੱਡਾ ਹੋ ਜਾਣਾ ਹੈ। ਇਸ ਕਰਕੇ ਜ਼ਿਆਦਾ ਸਮਝਣਾ ਤੇ ਇਸ ਵਿਸ਼ੇ ਤੇ ਗੁਰਬਾਣੀ ਵਿੱਚ ਬਹੁਤ ਕੁਝ ਰੱਖਿਆ ਸਤਿਗੁਰਾਂ ਨੇ। ਗੁਰਬਾਣੀ ਨੂੰ ਵਿਚਾਰ ਲਓ ਜੀ। ਸੂਚਮ ਵਿਦ ਮੈਂ ਸਕਲ ਜਨਾਈ ਮਹਾਵਾਕਿਮ ਦੇ ਦਿਖਾਈ। ਸੰਖੇਪ ਦੇ ਵਿੱਚ ਸੂਖਮ ਹੁੰਦਾ ਹੈ, ਸੰਖੇਪ ਦੇ ਵਿੱਚ ਮੈਂ ਆਪ ਜੀ ਨੂੰ ਸਾਰੀ ਗੱਲਬਾਤ ਸਮਝਾ ਦਿੱਤੀ ਹੈ। ਮਹਾਵਾਕ ਜੋ ਵੱਡੀ ਗੱਲ ਹੈ, ਮਹਾ ਹੁੰਦੀ ਹੈ ਵੱਡੀ, ਜੋ ਮਹਾਵਾਕ ਹਨ ਪਰਮੇਸ਼ਰ ਦੇ ਗੁਰੂ ਦੇ, ਉਹ ਦੱਸਣੇ ਕੀਤੇ ਹਨ ਬਲਕਿ ਦਿਖਾਉਣੇ ਕੀਤੇ ਹਨ। ਜਦੋਂ ਉਦਾਹਰਨ ਦਿੰਦੇ ਆ ਨਾ ਤਾਂ ਉਹ ਸੀਨ ਵੀ ਸਾਹਮਣੇ ਆ ਜਾਂਦਾ। ਤਾਂ ਇਸ ਤਰ੍ਹਾਂ ਸਮਝੋ ਤੁਹਾਨੂੰ ਮੈਂ ਦਿਖਾ ਦਿੱਤਾ ਹੈ ਜੀ। ਸ੍ਰੀ ਗ੍ਰੰਥ ਸਾਹਿਬ ਮੇਂ ਔਰ ਇੱਕ ਅਭੇਦ ਕਹਿਓ ਬੋਠਾਰ। ਔਰ ਇਸੇ ਅਭੇਦ ਨੂੰ, ਇਸੇ ਗੁੱਝੇ ਭੇਦ ਨੂੰ, ਜੀਵ ਤੇ ਪਰਮੇਸ਼ਰ ਦੀ ਏਕਤਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਬਹੁਤ ਢੰਗਾਂ ਦੇ ਨਾਲ ਬਾਣੀ ਵਿੱਚ ਲਿਖਿਆ ਹੋਇਆ ਹੈ। कबीर तू तो कहते तू पया मुझ में रहा न हूँ, जब आपा पर का मिट गया जत देखो तत तू। इसे तरह ही कबीर साहब जी कहते अब तो जाए चढ़े सिंघासन मिले हैं सारंग पानी। जो कबीर साहब जी की भगती पूरी हो गई, उन्होंने फील किया तो मान नाल कहते आ, पूरे मान नाल गुरु ते मान है। कहते हुण मैं परमेश्वर के चरणों में पहुँच गया हाँ, ਚਰਨਾਂ ਵਿੱਚ ਹੀ ਨਹੀਂ ਉਹਦੇ ਵਿੱਚ ਮਿਲ ਗਿਆ ਹਾਂ। ਹੁਣ ਤੁਸੀਂ ਇਹ ਨਹੀਂ ਦੱਸ ਸਕਦੇ ਇੱਥੇ ਪਰਮੇਸ਼ਰ ਕੌਣ ਹੈ ਤੇ ਕਬੀਰ ਕੌਣ ਹੈ। ਕੋ ਸਤਨਾਮ। ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਤੋ ਐਸੇ ਰੱਬ ਦੇ ਪਿਆਰਿਆਂ ਨੂੰ ਅਸੀਂ ਕੀ ਕਹਿੰਦੇ ਆ ਜੀ, ਇਹ ਤਾਂ ਰੱਬ ਰੂਪ ਹੀ ਹੈ, ਇਹ ਫਲਾਨਾ ਤਾਂ ਦੇਵਤਾ ਹੀ ਹੈ। ਪਰ ਜੇ ਗੁਣ ਆਉਣਗੇ ਤਾਂ ਐਵੇਂ ਨਹੀਂ, ਜਿੰਨਾ ਚਿਰ ਉਹਦੇ ਵਿੱਚ ਮਿਲਦਾ ਨਹੀਂ ਉਹਨਾਂ ਚਿਰ ਨਦੀ ਆ, ਜਦੋਂ ਮਿਲ ਗਿਆ ਫਿਰ ਸਮੁੰਦਰ ਬਣ ਜਾਂਦਾ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮੇਂ ਔਰ ਇੱਕ ਅਭੇਦ ਕਹਿਓ ਬੋਠਾਰ। ਔਰ ਇਸ ਤਰ੍ਹਾਂ ਇਸ ਭੇਦ ਨੂੰ, ਇਸ ਗੁੱਝੇ ਭੇਦ ਨੂੰ
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਥਾਵਾਂ ਤੇ ਠੌਰ ਹੁੰਦੀ ਆ ਥਾਂ ਭਾਵ ਬੇਅੰਤ ਸ਼ਬਦਾਂ ਵਿੱਚ ਦੱਸਣਾ ਕੀਤਾ ਹੈ ਜੀ। ਸਮਤ ਬੰਤ ਜੀ ਅਰਥ ਵਿਚਾਰ ਹੈ, ਮਹਾਵਾਕਿਸ ਵਿਦ ਨਿਰਧਾਰ ਹੈ। ਸਿਆਣੇ ਬੰਦੇ ਬ੍ਰਹਮ ਗਿਆਨੀ ਸ਼੍ਰੇਸ਼ਟ ਬੁੱਧੀ ਵਾਲੇ ਮਨੁੱਖ ਜਦੋਂ ਇਹਨਾਂ ਮਹਾਵਾਕ ਭਾਵ ਇਸ ਵਿਧੀ ਦੇ ਨਾਲ ਸ਼ਬਦਾਂ ਨੂੰ ਸਮਝਣਗੇ ਤਾਂ ਉਹਨਾਂ ਨੂੰ ਇਹਦੀ ਸਮਝ ਆ ਜਾਵੇਗੀ। ਪ੍ਰਾਕਿਰਤ ਬਤਨ ਸਵਈਆ ਛੰਦ, ਨਹਿ ਬਿਨਾਸ਼ ਸੁਖ ਦੁਖ ਧਰਮਵੰਤ, ਨਾ ਸਾਧਕ ਨਹੀਂ ਮਾ ਮੁਖ ਨਾ ਕੋਏ। ਤਾਂ ਅੱਗੇ ਕੀ ਲਿਖਦੇ ਹਨ ਕਿ ਐਸੇ ਗਿਆਨ ਨੂੰ ਧਾਰਨ ਕਰਨ ਵਾਲਾ ਕਦੇ ਵਿਨਾਸ਼ ਨਹੀਂ ਹੁੰਦਾ। ਧਰਮਵੰਤ ਉਹ ਧਰਮੀ ਹੋ ਜਾਂਦਾ ਹੈ ਸੁਭਾਵਕ ਹੀ, ਪੂਰਨ ਬ੍ਰਹਮ ਗਿਆਨੀ ਹੋ ਜਾਂਦਾ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ, ਉਹਨੂੰ ਕੋਈ ਸੁੱਖ ਦੁੱਖ ਨਹੀਂ ਵਿਆਪਦਾ। ਨਹੀਂ ਮਮੁਖ ਨਾ ਕੋਏ, ਉਹ ਪ੍ਰਕਿਰਤੀ ਨੂੰ ਆਪਣੇ ਵੀ ਸਮਝਦਾ, ਕੁਦਰਤ ਕਰਕੇ ਵਸਿਆ ਸੋਏ ਉਹਨੂੰ ਕੁਦਰਤ ਵਿੱਚ ਪਰਮੇਸ਼ਰ ਦਿਖਾਈ ਦੇਣ ਲੱਗ ਜਾਂਦਾ, ਉਹ ਕਦੇ ਖਤਮ ਨਹੀਂ ਹੁੰਦੇ। ਇਸੇ ਬਚਨ ਨੂੰ ਬਾਣੀ ਚੋਂ ਪੜ੍ਹ ਲਓ, ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ। ਗੁਰਮੰਤ ਉਹ ਹਮੇਸ਼ਾ ਰਹਿੰਦੇ ਹਨ। ਮੁਕਤ ਨਿਰਵਰਤ ਨਾ ਵਿਦਿਆ ਕੋਈ, ਲੋਕ ਅਲੋਕ ਦੇਵ ਨਹਿ ਕੋਈ। ਉਹ ਅੰਤਿਸ਼ ਕਰਨ ਤੋਂ ਰਹਿਤ ਹੋ ਜਾਂਦੇ ਹਨ, ਕੋਈ ਅਭਿਆਸੀ ਸਿੱਧ ਕਰਨ ਵਾਲਾ ਵੀ ਨਹੀਂ ਹੈ, ਮੁਕਤੀ ਨਿਵਰਤੀ ਦੀ ਵੀ ਕੋਈ ਵਿਦਿਆ ਨਹੀਂ ਹੈ। ਭਾਵ ਇਹਨਾਂ ਨੂੰ ਸ਼ਬਦਾਂ ਨਾਲ ਨਹੀਂ ਸਮਝਾਇਆ ਜਾ ਸਕਦਾ, ਇਹ ਤਾਂ ਅਭਿਆਸ ਕਰਕੇ ਹੀ ਸਮਝ ਆਉਂਦੀ ਹੈ ਜਦ ਘਟਨਾ ਘਟਦੀ ਹੈ। ਜਿਸ ਨੂੰ ਬਾਣੀ 'ਚ ਇਉਂ ਸਮਝ ਲਓ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਉਹ ਤਾਂ ਇੱਕ ਕਿਰਿਆ ਹੈ ਗੁੜ ਖਾਣਾ, ਤੇ ਜਿਹਨੇ ਖਾਧਾ ਉਸੇ ਨੂੰ ਪਤਾ ਕਿਹੋ ਜਿਹਾ। ਵੱਧ ਤੋਂ ਵੱਧ ਉਹ ਸੰਸਾਰ ਦੇ ਹਿਸਾਬ ਨਾਲ ਕਹਿ ਦੂ ਵੀ ਮਿੱਠਾ ਹੈ, ਪਰ ਜੇ ਤੁਸੀਂ ਪੁੱਛੋ ਵੀ ਮਿੱਠਾ ਕਿਹੋ ਜਿਹਾ ਮਿੱਠਾ, ਫਿਰ ਉਹਦੇ ਕੋਲ ਕੋਈ ਸ਼ਬਦ ਨਹੀਂ, ਉਹ ਕਹੂਗਾ ਤੂੰ ਖਾ ਕੇ ਦੇਖ ਲੈ, ਮੈਨੂੰ ਨਹੀਂ ਪਤਾ ਹੀ ਦੂੰਗਾ। ਹਾਂ ਕੁਛ ਪਤਾ ਤਾਂ ਹੈ ਪਰ ਸ਼ਬਦ ਨਹੀਂ ਹੈ ਦੱਸਣ ਵਾਸਤੇ। ਇਹ ਅਨੁਭਵ ਦੀਆਂ ਗੱਲਾਂ ਹੈ, ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਫੀਲ ਕੀਤਾ ਹੈ, ਇਹ ਉਹਨਾਂ ਦੀਆਂ ਗੱਲਾਂ ਹੈ, ਇਹਨਾਂ ਵਾਸਤੇ ਕੋਈ ਵਿਦਿਆ ਨਹੀਂ ਹੈ। ਇਹ ਤਾਂ ਗੁਰੂ ਸਾਖੀ ਹੋ ਕੇ ਗੁਰੂ ਦੇ ਕੋਲ ਬੈਠ ਕੇ ਸਮਝੀਆਂ ਜਾਂਦੀਆਂ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਬਾਬਾ ਨਾਨਕ ਜੀ ਕਹਿ ਰਹੇ ਸੀ ਕਿ ਜੋ ਪਰਮੇਸ਼ਰ ਨੂੰ ਭਾਉਂਦਾ ਉਹ ਹੁੰਦਾ, ਔਰ ਉਸ ਭਾਣੇ ਨੂੰ ਸਿੱਖ ਮੰਨ ਲਵੇ ਤੇ ਸਮਝੋ ਆਰਤੀ ਕਰ ਲਈ। ਆਰਤੀ ਕਰਕੇ ਕਰਨਾ ਕੀ ਹੈ? ਥਾਲ ਘੁਮਾ ਕੇ ਕਰਨਾ ਕੀ ਹੈ ਭਲਾ? ਉਸ ਦੇਵਤੇ ਨੂੰ ਖੁਸ਼ ਕਰਨਾ ਹੈ। ਕਹੋ ਸਤਿਨਾਮ। ਜਿਹਦੀ ਵੀ ਆਰਤੀ ਕਰ ਰਹੇ ਆ ਉਹਨੂੰ ਖੁਸ਼ ਕਰਨਾ ਹੈ ਨਾ। ਆਰਤੀ ਕਰਕੇ ਬਹੁਤ ਸਾਰੇ ਉਹ ਦਾਤਾ ਮੰਗਦੇ ਆ ਆਰਤੀਆਂ ਕਰਕੇ, ਤੇ ਉਹ ਦੇਊਗਾ ਤਾਂ ਜੇ ਖੁਸ਼ ਹੋਊਗਾ। ਤੇ ਬਾਬਾ ਨਾਨਕ ਜੀ ਕਹਿੰਦੇ ਕਿੰਨਾ ਸੌਖਾ ਤਰੀਕਾ, ਐਵੇਂ ਥਾਲ ਘੁਮਾਈ ਜਾਂਦੇ ਹੋ, ਬਸ ਇਹਦੀ ਗੱਲ ਮੰਨ ਲਓ, ਇਹ ਖੁਸ਼ ਹੋ ਜਾਊਗਾ। ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੋ ਤਿਸ ਭਾਵੈ ਸੋ ਆਰਤੀ ਹੋਏ, ਉਹ ਆਰਤੀ ਹੈ, ਉਹਦੇ ਭਾਣੇ ਨੂੰ ਮੰਨ ਲੈਣਾ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਸ ਕਰਕੇ ਜੋ ਵੀ ਕੀਤਾ ਜਾਂਦਾ ਧਰਮ ਦੇ ਵਿਸ਼ੇ 'ਤੇ, ਦੇਗਾਂ ਕਰਾਈਆਂ ਜਾਂਦੀਆਂ, ਪਾਠ ਕੀਤੇ ਜਾਂਦੇ ਆ, ਸਹਿਜ ਪਾਠ ਕਰਾਏ ਜਾਂਦੇ ਆ, ਅਖੰਡ ਪਾਠ ਕੀਤੇ ਕਰਾਏ ਜਾਂਦੇ ਆ, ਇਹਨਾਂ ਦਾ ਸਭ ਦਾ ਮਕਸਦ ਹੈ ਗੁਰੂ ਨੂੰ ਖੁਸ਼ ਕਰਨਾ। ਕੋਈ ਸਤਿਨਾਮ। ਬਸ ਇੱਕੋ ਹੀ ਗੱਲ ਹੈ, ਗੁਰੂ ਨੂੰ ਖੁਸ਼ ਕਰਨਾ। ਤੇ ਗੁਰੂ ਨੂੰ ਜਿਹਨੇ ਖੁਸ਼ ਕਰ ਲਿਆ, ਤੇ ਭਾਈ ਲਹਿਣਾ ਜੀ ਵਰਗਿਆਂ ਨੇ ਗੁਰੂ ਨਾਨਕ ਦਾ ਹਰ ਬਚਨ ਸੱਤ ਮੰਨ ਕੇ ਖੁਸ਼ ਕਰ ਲਿਆ। ਸੰਗਤ ਵਿੱਚ ਹੋਰ ਵੀ ਬੱਚੇ ਸਨ, ਉਹਨਾਂ ਨੇ ਕਹਿ ਦੇਣਾ ਛੱਡੋ ਬਾਪੂ ਜੀ, ਐਂ ਕਿੱਥੇ ਹੋ ਸਕਦਾ। ਪਰ ਲਹਿਣਾ ਜੀ ਨੇ ਜਿਸ ਦਿਨ ਉਹਨਾਂ ਨੂੰ ਪ੍ਰਤੱਖ ਪਤਾ ਲੱਗ ਗਿਆ ਵੀ ਨਾਨਕ ਪਰਮੇਸ਼ਰ ਹਨ, ਤਾਂ ਉਹਨਾਂ ਨੇ ਆਪਣੇ ਮਨ ਵਿੱਚ ਗੱਲ ਧਾਰ ਲਈ ਆ ਬਈ ਜੋ ਗੁਰੂ ਨਾਨਕ ਕਹਿ ਦੂਗਾ ਉਹ ਸੱਤ ਹੈ, ਉਹਨੂੰ ਮੈਂ ਇਹ ਨਹੀਂ ਕਹਿਣਾ ਜੀ ਐਂ ਨਹੀਂ ਐਂ ਕਰੋ। ਕਿਸੇ ਰਾਜੇ ਨੂੰ, ਕਿਸੇ ਪ੍ਰਧਾਨ ਮੰਤਰੀ ਨੂੰ ਕਹਿ ਸਕਦੇ ਆ ਐਂ ਨਹੀਂ ਜੀ ਐਂ ਕਰੋ, ਚੱਲ ਕਹਿ ਸਕਦੇ ਹੋਗੇ, ਪਰ ਗੁਰੂ ਪਰਮੇਸ਼ਰ ਨੂੰ ਨਹੀਂ ਕਹਿ ਸਕਦੇ। ਕਹੋ ਸਤਿਨਾਮ ਸੀ। ਤੋ ਇਸੇ ਤਰ੍ਹਾਂ ਹੀ ਲਹਿਣਾ ਜੀ ਨੂੰ ਜਦੋਂ ਵੀ ਬਾਬੇ ਨਾਨਕ ਨੇ ਬਚਨ ਕੀਤਾ, ਪਹਿਲਾਂ ਹੋਰ ਵੀ ਦੋ ਤਿੰਨ ਸੇਵਕਾਂ ਨੂੰ ਕੀਤਾ, ਉਹ ਜਾ ਸਿੱਖਾ ਆ ਕੌਲਾ ਡਿੱਗ ਪਿਆ ਚੱਕਰ 'ਚ, ਛੱਡੋ ਬਾਪੂ ਜੀ ਘਰੇ ਬਥੇਰੇ ਪਏ, ਡਿੱਗ ਪਿਆ ਤਾਂ ਜਾਣ ਦਿਓ ਪਰੇ। ਦੂਜੇ ਨੂੰ ਕਿਹਾ, ਉਹ ਵੀ ਕਹਿੰਦਾ ਛੱਡੋ ਜੀ ਘਰੇ ਬਥੇਰੇ ਪਏ ਆ। ਲੈਣਿਆ ਲਿਆਉਣਾ ਮਹਾਰਾਜ, ਛਾਲ ਮਾਰੀ, ਇਹ ਨਹੀਂ ਸੋਚਿਆ ਕੱਪੜੇ ਗੰਦੇ ਹੋ ਜਾਣਗੇ, ਵਿੱਚ ਉਤਰੇ ਖੱਡੇ ਦੇ ਟੋਹੇ ਦੇ, ਔਰ ਕੌਲਾ ਕੱਢਿਆ,
ਬਾਹਰ ਕੱਢ ਕੇ ਨਦੀ ਤੇ ਜਾ ਕੇ ਮਾਂਜੇ ਆ, ਸਵਾਰੇ ਆ, ਕੱਪੜੇ ਵੀ ਸਾਫ਼ ਕਰ ਲਏ, ਧੋ ਲਏ ਆ ਪਾਣੀ ਵਿੱਚ, ਔਰ ਲਿਆ ਕੇ ਕੌਲਾ ਸਾਹਮਣੇ ਰੱਖਤਾ ਮਾਂਜ ਕੇ। ਕਹੋ ਸਤਨਾਮ। ਮਤਲਬ ਹੈ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨਣ ਦਾ। ਹੋਰ ਗੁਰੂ ਕਿਸੇ ਤਰ੍ਹਾਂ ਖੁਸ਼ ਨਹੀਂ ਹੁੰਦਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਉਹਦਾ ਭਾਣਾ ਮੰਨਦਾ ਉਹ ਗੁਰੂ ਕਹਿੰਦਾ ਮੇਰਾ ਮਿੱਤਰ ਹੈ, ਦੋਸਤ ਹੈ, ਸਖਾ ਹੈ। ਮੈਂ ਉਹਦੀ ਮੰਨਦਾ, ਉਹ ਮੇਰੀ ਮੰਨਦਾ। ਕਹੋ ਸਤਨਾਮ। ਜੇ ਗੁਰ ਕੇ ਭਾਣੇ ਵਿੱਚ ਹੀ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਪਿਛਲਾ ਪਹਿਰ ਹੈ, ਸਵੇਰ ਦਾ ਲੰਗਰ ਮਸਤ ਹੋ ਗਿਆ, ਸੰਗਤ ਨਵੀਂ ਆਈ ਆ। ਲਹਿਣਾ ਜੀ ਕਹਿੰਦੇ ਮਹਾਰਾਜ ਸੰਗਤ ਨੂੰ ਕੀ ਛਕਾਈਏ, ਸ਼ਾਮਾਂ ਦਾ ਲੰਗਰ ਬਣਿਆ ਨਹੀਂ, ਇਹ ਸਵੇਰ ਦੀ ਭੁੱਖੀ ਹੈ ਸੰਗਤ। ਪਰਸੋਂ ਦਾ ਮੀਂਹ ਪਈ ਜਾਂਦਾ ਮਹਾਰਾਜ, ਲੱਕੜਾਂ ਵੀ ਸਾਰੀਆਂ ਗਿੱਲੀਆਂ ਹੋਈਆਂ ਪਈਆਂ, ਤੇ ਲੈਣਿਆ ਇਹਨਾਂ ਨੂੰ ਲੱਡੂ ਛਕਾ ਦਿਓ। ਸਾਧੂ ਮਸਤੀ 'ਚ ਹੀ ਬੋਲਦੇ ਹੁੰਦੇ ਆ। ਨਜ਼ਰ ਜਿਨ੍ਹਾਂ ਦੀ ਕੀਮੀਆਂ ਨਦੀਆਂ ਆਪਣਾ, ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ। ਉਹਨਾਂ ਨੇ ਕਿਰਪਾ ਦ੍ਰਿਸ਼ਟੀ ਪਾਉਣੀ ਹੁੰਦੀ ਆ, ਕੌਡੀ ਲਾਲ ਬਣਾ ਦਿੰਦੇ ਆ। ਕਹੋ ਸਤਨਾਮ। ਲੱਡੂ ਖਵਾ ਦਿਓ। ਮਹਾਰਾਜ ਲੱਡੂ ਕਿੱਥੇ ਆ? ਉਹ ਜਾ ਪਈ ਸਿੱਖਾ, ਉਹ ਕਿੰਨੇ ਲੱਡੂ ਲੱਗੇ ਪਏ, ਲਾਹ ਦੇ ਸਾਰੇ, ਹਲੂਣ ਦੇ ਢਾਣ ਨੂੰ। ਛੱਡੋ ਬਾਪੂ ਜੀ, ਕਿ ਦਰਖਤਾਂ ਲੱਡੂ ਲੱਗਦੇ ਆ। ਕਹੋ ਸਤਨਾਮ। ਦੂਜੇ ਨੂੰ ਕਿਹਾ, ਤੀਜੇ ਨੂੰ ਕਿਹਾ, ਸਾਰਿਆਂ ਨੇ ਜਵਾਬ ਜਿਹਾ ਦੇਤਾ, ਕਿਉਂਕਿ ਅਸੀਂ ਸ਼ਰਮ ਮੰਨਦੇ ਹਾਂ ਵੀ ਯਾਰ ਜੇ ਮੈਂ ਜਾ ਕੇ ਹਿਲਾਇਆ ਲੱਡੂ ਨਾ ਡਿੱਗੇ ਮੇਰੀ ਤਾਂ ਬੇਇੱਜ਼ਤੀ ਹੋ ਜੂ। ਲੈਣਾ ਕਹਿੰਦਾ ਮੇਰੀ ਬੇਇੱਜ਼ਤੀ ਨਹੀਂ, ਇਹ ਗੁਰੂ ਨਾਨਕ ਦਾ ਹੀ ਸਭ ਕੁਝ ਹੈ। ਜੇ ਡਿੱਗਦੇ ਆ ਲੱਡੂ ਤਾਂ ਵਡਿਆਈ ਗੁਰੂ ਨਾਨਕ ਦੀ ਆ, ਨਹੀਂ ਡਿੱਗਦੇ ਤਾਂ ਉਹ ਜਾਣੇ। ਕਹੋ ਸਤਨਾਮ। ਮੈਨੂੰ ਕੀ, ਮੈਂ ਤਾਂ ਹਿਲਾਉਣਾ ਹੈ। ਤੀਜੀ ਚੌਥੀ ਵਾਰ ਕਹਿੰਦੇ ਜਾ ਲੈਣੇ ਆ, ਤੂੰ ਹਿਲਾ ਕੇ ਆ। ਸੱਤ ਹੈ ਜੀ, ਤੁਰ ਪਿਆ। ਇੱਕ ਨੇ ਮਗਰੋਂ ਕੁੜਤਾ ਫੜ ਕੇ ਰੋਕ ਲਿਆ, ਕਹਿੰਦੇ ਕਮਲਾ ਹੋਇਆ। ਕਹਿੰਦੇ ਮੈਂ ਨਹੀਂ ਕੁਛ ਕਰਨਾ, ਮੈਂ ਤਾਂ ਸਿਰਫ ਹਿਲਾਉਣਾ ਹੈ ਕਿੱਕਰ ਨੂੰ। ਕਿੱਕਰ ਦੇ ਫੁੱਲ ਲੱਗੇ ਸੀ ਐਡੇ ਐਡੇ ਪੀਲੇ ਰੰਗ ਦੇ, ਮੈਂ ਤਾਂ ਹਿਲਾਉਣਾ। ਡਿੱਗਣਗੇ ਤਾਂ ਵੀ ਗੁਰੂ ਦੀ ਕਿਰਪਾ, ਨਾ ਡਿੱਗਣਗੇ ਤਾਂ ਵੀ ਇਹਨਾਂ ਦੀ ਮਰਜ਼ੀ। ਤੇ ਜੋ ਕਿੱਕਰ ਤੇ ਚੜ੍ਹ ਕੇ ਉਹ ਹਿਲਾਈ ਗਈ ਤੇ ਜਿਹੜੇ ਉਹ ਫੁੱਲ ਸੀ ਵਾਕਿਆ ਲੱਡੂ ਬਣ ਕੇ ਡਿੱਗ ਪਏ। ਕਹੋ ਸਤਨਾਮ। ਭਰੋਸੇ ਦੀ ਗੱਲ ਹੈ, ਗੁਰੂ ਤੇ ਭਰੋਸੇ ਦੀ। ਪਿੰਡ ਵਿੱਚ ਮੀਂਹ ਨਹੀਂ ਪੈਂਦਾ, ਪਿੰਡ ਵਾਲੇ ਗਏ ਕਿਸੇ ਮਹਾਂਪੁਰਸ਼ ਕੋਲੇ, ਬਾਬਾ ਜੀ ਮੀਂਹ ਨਹੀਂ ਪੈਂਦਾ, ਔੜ ਲੱਗ ਗਈ, ਕਿਰਪਾ ਕਰੋ। ਕਹਿੰਦੇ ਵੀ ਇੱਦਾਂ ਕਰਿਓ, ਆਪਾਂ ਪਰਸੋਂ ਨਾ ਅਰਦਾਸ ਕਰਾਂਗੇ। ਉਹ ਟਿੱਬੀ 'ਤੇ ਜਾ ਕੇ, ਆਪਣੇ ਪਿੰਡ ਵੱਲ ਟਿੱਬੀ ਹੈ ਨਾ ਮਸ਼ਹੂਰ ਜੀ ਇੱਕ, ਹਾਂਜੀ, ਕਹਿੰਦੇ ਉੱਥੇ ਜਾ ਕੇ ਅਰਦਾਸ ਕਰਾਂਗੇ, ਮੀਂਹ ਪੈ ਜਾਊਗਾ। ਕਹਿੰਦੇ ਠੀਕ ਆ ਜੀ। ਤੀਜਾ ਦਿਨ ਆਇਆ, ਪਿੰਡ ਵਾਲੇ ਫਿਰ ਇਕੱਠੇ ਹੋ ਕੇ ਆਏ, ਚਲੋ ਬਾਬਾ ਜੀ ਚਲੋ। ਇੱਕ ਬੱਚਾ ਕੋਈ ਛੋਟਾ ਜਿਹਾ ਸੁਣਦਾ ਸੀਗਾ, ਕਹਿੰਦੇ ਟਿੱਬੀ 'ਤੇ ਅਰਦਾਸ ਕਰਨਗੇ ਫਿਰ ਮੀਂਹ ਪੈ ਜਾਊਗਾ। ਉਹ ਬੱਚਾ ਵੀ ਨਾਲ ਚੱਲ ਪਿਆ, ਉਹ ਭੋਲਾ ਭਾਲਾ ਘਰੋਂ ਛਤਰੀ ਲੈ ਕੇ ਤੁਰ ਪਿਆ। ਕਹੋ ਸਤਿ, ਮੀਂਹ ਪਊਗਾ ਫਿਰ ਭਿੱਜ ਜਾਵਾਂਗੇ। ਇੰਨਾ ਭਰੋਸਾ ਸੀਗਾ ਅਰਦਾਸ ਤੇ ਵੀ ਜਦ ਅਰਦਾਸ ਹੋ ਗਈ ਮੀਂਹ ਪੈਣਾ, ਤੇ ਮੀਂਹ ਪੇ ਉੱਤੇ ਪਊਗਾ ਤੇ ਭਿੱਜ ਜਾਵਾਂਗੇ, ਤੇ ਆਪਾਂ ਛਤਰੀ ਨਾਲ ਹੀ ਲੈ ਚੱਲੋ ਘਰੋਂ। ਕਹੋ ਸਤਿ। ਉਹ ਛਤਰੀ ਲੈ ਕੇ ਵਗ ਗਿਆ। ਲੋਕ ਹੱਸਦੇ ਆ, ਕਹਿੰਦੇ ਮੂਰਖ, ਪਹਿਲਾਂ ਹੀ ਛਤਰੀ ਚੱਕੀ ਆਉਂਦਾ। ਕਹੋ ਸਤਿਨਾਮ। ਪਰ ਬੱਚਾ ਸੀਗਾ ਭੋਲਾ ਭਾਲਾ, ਪਹੁੰਚ ਗਏ ਟਿੱਬੀ ਤੇ ਅਰਦਾਸ ਕੀਤੀ, ਮਹਾਂਪੁਰਸ਼ਾਂ ਨੇ ਤੁਰੰਤ ਮੀਂਹ ਲੈ ਪਿਆ। ਕਹਿੰਦੇ ਬਾਬੇ ਬਾਬਾ ਜੀ ਕਮਾਲ ਕਰਤੀ, ਆ ਤਾਂ ਤੁਹਾਡੀ ਅਰਦਾਸ ਨਾਲ ਮੀਂਹ ਪੈ ਗਿਆ। ਅੱਲਾ ਕਮਾਲ ਹੀ ਹੋ ਗਈ। ਆ ਤਾਂ ਆਕਾਸ਼ਬਾਣੀ ਹੋਈ, ਕਿਸੇ ਦੀ ਅਰਦਾਸ ਨਾਲ ਨਹੀਂ ਪਾਉਂਦਾ। ਮੈਂ ਬੱਚੇ ਦਾ ਭਰੋਸਾ ਰੱਖਣ ਵਾਸਤੇ ਮੀਂਹ ਪਾਉਣਾ ਪਿਆ ਮੈਨੂੰ, ਵੀ ਇਹ ਘਰੋਂ ਛਤਰੀ ਚੱਕ ਲਾਇਆ, ਅਰਦਾਸ ਕਰਦਿਆਂ ਮੀਂਹ ਪੈ ਜਾਣਾ। ਕਹੋ ਸਤਿਨਾਮ। ਮੈਂ ਆਪਣੇ ਨਾਮ ਦੀ ਲਾਜ ਰੱਖਣ ਵਾਸਤੇ ਪਾਇਆ, ਆ ਬੱਚੇ ਦੇ ਭਰੋਸੇ ਕਰਕੇ ਪਿਆ। ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ, ਤੇ ਪ੍ਰੇਮ ਵੀ ਭਰੋਸੇ ਨਾਲ ਹੀ ਪੈਦਾ ਹੁੰਦਾ। ਕਹੋ ਸਤਿਨਾਮ। ਤਿੰਨ ਹੀ ਪਾਇਓ ਖੈਰ ਮਨੋ ਬਿਰਤੀਆਂ ਉੱਥੇ ਰੱਖੀਏ। ਕਹਿੰਦੇ ਜਦੋਂ ਇਹ ਸਮਝ ਆ ਗਈ ਨਾ ਇਸ ਗੱਲ ਦੀ, ਲੋਕ ਹੀ ਅਲੋਕ ਦੇਵ ਨਾ ਹੋਏ, ਫਿਰ ਸਭ ਕੁਝ ਸਮਾਪਤ ਹੋ ਜਾਵੇਗਾ। ਨਾ ਲੋਕ ਰਹੇਗਾ, ਨਾ ਪਰਲੋਕ ਰਹੇਗਾ, ਨਾ ਦੇਵਤਾ ਰਹੇਗਾ, ਨਾ ਦੈਂਤ ਰਹੇਗਾ। ਨਾਮ ਨੂੰ ਜਾਣਨਾ, ਨਾਮ ਦਾ ਨਾ ਜਾਣਨਾ, ਮਾਂ ਪਿਓ ਆਦਿ, ਇਹ ਸਭ ਕੁਝ ਖਤਮ ਹੋ ਜਾਊਗਾ। ਜਿਵੇਂ ਸੁਪਨੇ ਵਿੱਚ ਸਭ ਕੁਝ ਹੈ, ਜਦੋਂ ਹਲੂਣ ਕੇ ਜਗਾਤਾ ਤੇ ਸੁਪਨੇ ਵਾਲਾ ਸਮਾਨ ਖਤਮ ਹੋ ਗਿਆ। ਕੋ ਸਤਿਨਾਮ। ਗੁਰੂ ਨੇ ਜਦੋਂ ਸਾਨੂੰ ਇਹ ਨੀਂਦ ਵਿੱਚੋਂ ਜਗਾਤਾ, ਜਿਹੜੀ ਹੁਣ ਸੁੱਤੇ ਹੋਏ ਆ, ਆਪਾਂ ਅਗਿਆਨਤਾ ਦੀ ਨੀਂਦ ਵਿੱਚ ਵਿਚਰ ਰਹੇ ਹਾਂ, ਔਰ ਸਾਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ, ਤੇ ਜਿੱਦੇ ਗੁਰੂ ਨੇ ਹਲੂਣਾ ਦੇ ਕੇ ਜਗਾਤਾ ਉਦਨੇ ਇਹ ਸਭ ਕੁਝ ਖਤਮ ਹੋ ਜਾਣਾ, ਰਹਿਣਾ ਹੀ ਨਹੀਂ ਕੁਛ। ਕਹੋ ਸਤਿਨਾਮ। ਉਹਦੇ ਦਿਸਣਾ ਹੀ ਨਹੀਂਗਾ। ਤੀਹੋ ਕਾਲ
ਪਰਮੇਸ਼ਰ ਦਾ ਨਾਮ ਹੀ ਸੱਤ ਹੈ ਤੇ ਦੁਨੀਆ ਤੀਹੋ ਕਾਲ ਹੈ ਹੀ ਨਹੀਂ। ਜਿਹੜਾ ਅੱਜ ਨਹੀਂ ਹੈਗਾ, ਹਜੇ ਜਨਮਿਆ ਨਹੀਂ, ਉਹ ਹੈ ਨਹੀਂ ਨਾ ਅੱਜ, ਕੱਲ੍ਹ ਵੀ ਹੈ ਨਹੀਂ ਸੀ, ਅੱਜ ਵੀ ਹੈ ਨਹੀਂਗਾ। ਮੰਨ ਲਓ ਕੱਲ੍ਹ ਨੂੰ ਆ ਜਾਂਦਾ, ਲੇਕਿਨ ਪਰਸੋਂ ਉਹ ਵੀ ਨਹੀਂ ਹੋਣਾ। ਕਹੋ ਸਤਿਨਾਮ ਸੀ। ਜਿਹੜਾ ਅੱਜ ਨਹੀਂ, ਜਿਹੜਾ ਕੱਲ੍ਹ ਨਹੀਂ ਸੀਗਾ ਅੱਜ ਹੈਗਾ, ਉਹਨੇ ਕੱਲ੍ਹ ਨੂੰ ਨਹੀਂ ਹੋਣਾ। ਆ ਘੜੀ ਦੇ ਹਰ ਮਿੰਟ ਵੀ ਜਿਹੜਾ ਇੱਕ ਲੰਘ ਗਿਆ ਉਹ ਦੁਬਾਰੇ ਨਹੀਂ ਮਿਲਦਾ। ਕਹੋ ਸਤਿਨਾਮ ਸੀ। ਇਸੇ ਤਰ੍ਹਾਂ ਹੀ ਇਹ ਦੁਨੀਆ ਹੈ, ਇਹ ਇੱਕ ਸੁਪਨਾ ਹੈ। ਇਹ ਅਗਿਆਨਤਾ ਕਰਕੇ ਸਾਨੂੰ ਮੋਹ ਮਮਤਾ ਵਿਸ਼ੇ ਬਕਾਰ ਸਭ ਕੁਝ ਦਿਖਾਈ ਦਿੰਦੇ ਹੈ। ਪਰ ਜਿੱਦੇ ਗੁਰੂ ਗਿਆਨ ਦਿੰਦਾ ਹੈ, ਜੀਵਨ ਸੁਪਨ ਸਮਾਨੰ, ਪਾਣੀ ਦਾ ਬਚਨ ਹੈ ਕਿ ਇਹ ਜੀਵਨ ਸੁਪਨੇ ਦੀ ਨਿਆਈ ਪਤਾ ਲੱਗੇਗਾ ਵੀ ਯਾਰ ਇਹ ਤਾਂ ਹੈ ਹੀ ਨਹੀਂ। ਵੇਦਾ ਵੇਦਾ ਮਾਤਾ ਮਾਤਾ ਪਿਤਾ ਪਿਤਾ ਇਮ ਲਿਖੇ ਸੋਏ। ਤਾਂ ਫਿਰ ਬੇਦਾ ਬੇਦਾ ਭਾਵ ਨਾਮ ਦਾ ਜਾਣਨਾ, ਨਾਮ ਦਾ ਨਾ ਜਾਣਨਾ। ਕਿਉਂ ਖੁਦ ਹੀ ਤਾਂ ਸੀਗਾ, ਖੁਦ ਹੀ ਖੁਦਾ ਸੀ। ਪਰ ਜਿੱਦੇ ਪਤਾ ਲੱਗੇ ਆ ਉਹ ਜਿਸ ਦੇ ਨਾਮ ਦੀ ਗੱਲ ਕਰਦੇ ਆ ਉਹ ਤਾਂ ਮੇਰੇ ਅੰਦਰ ਹੀ ਬੈਠਾ ਸੀ, ਉਹ ਮੈਂ ਹੀ ਸੀਗਾ। ਪਰ ਜਿੱਦੇ ਸਮਝ ਆ ਗਈ ਉਹਦੇ ਸਾਰੇ ਵੇਦ ਵੀ ਅਲੱਗ ਹੋ ਗਏ। ਮੈਂ ਗੱਲ ਕਰ ਰਿਹਾ ਸੀਗਾ ਕੱਲ੍ਹ ਬੁੱਲੇ ਸ਼ਾਹ ਦੀ, ਅਤੇ ਜਦ ਬੁੱਲੇ ਸ਼ਾਹ ਨੂੰ ਗਿਆਨ ਦੇ ਦਿੱਤਾ ਨਾ ਉਸ ਦੇ ਗੁਰੂ ਨੇ, ਇੱਧਰੋਂ ਪਟਨਾ ਅਤੇ ਇੱਧਰ ਲਾਉਣਾ, ਅਤੇ ਉਹਨੇ ਅਭਿਆਸ ਸ਼ੁਰੂ ਕਰਤਾ। ਸੰਸਾਰ ਵੱਲੋਂ ਧਿਆਨ ਤੋੜ ਕੇ ਆਪਣੇ ਸਵਾਸਾਂ 'ਤੇ ਲਾ ਕੇ ਸਿਮਰਨ ਸ਼ੁਰੂ ਕਰਤਾ, ਜਿਵੇਂ ਵੀ ਜੁਗਤੀ ਉਹਨਾਂ ਨੇ ਦੱਸੀ। ਅਤੇ ਇਸ ਤਰ੍ਹਾਂ ਸਿਮਰਨ ਕਰਦਿਆਂ ਕਰਦਿਆਂ ਉਹਨੂੰ ਗਿਆਨ ਹੋਣ ਲੱਗਿਆ। ਗਿਆਨ ਹੋਣ ਤੋਂ ਬਾਅਦ ਜਿਹੜੇ ਪਹਿਲਾਂ ਵੀ ਉਹਨੇ ਬਹੁਤ ਗ੍ਰੰਥ ਪੜ੍ਹੇ ਸੀ ਉਹ ਦੁਬਾਰਾ ਫੇਰ ਖੋਲ੍ਹ ਕੇ ਵੇਖਦਾ ਹੈ। ਫਿਰ ਕੀ ਵੇਖਦਾ, ਹੈਰਾਨ ਹੁੰਦਾ ਹੈ, ਉਹ ਜਿਹੜੀ ਗੱਲ ਮੈਨੂੰ ਮੇਰੇ ਗੁਰੂ ਨੇ ਦੱਸੀ ਹੈ ਉਹ ਤਾਂ ਆਹ ਲਿਖੀ ਪਈ ਆ। ਇੱਧਰੋਂ ਚੱਕਿਆ ਇੱਥੇ ਵੀ ਲਿਖੀ ਪਈ ਆ, ਇੱਧਰੋਂ ਚੱਕਿਆ ਇੱਥੇ ਵੀ ਲਿਖੀ ਪਈ ਆ। ਇਹ ਤਾਂ ਸਾਰੇ ਗ੍ਰੰਥਾਂ 'ਚ ਹੀ ਲਿਖੀ ਪਈ ਆ ਗੱਲ। ਕਮਾਲ ਹੋ ਗਈ, ਮੈਨੂੰ ਪਹਿਲਾਂ ਇਹਨਾਂ ਗ੍ਰੰਥਾਂ ਨੇ ਕਿਉਂ ਨਹੀਂ ਦੱਸੀ? ਇਹ ਗ੍ਰੰਥ ਮੇਰੇ ਚੋਰ ਹੈ। ਕਹੋ ਸਤਿਨਾਮ। ਬੁੱਲੇ ਸ਼ਾਹ ਨੇ ਇੱਦਾਂ ਸੋਚ ਲਿਆ, ਕਹਿੰਦਾ ਜਿਹੜੀ ਗੱਲ ਮੇਰੇ ਗੁਰੂ ਨੇ ਦੱਸੀ ਹੈ ਉਹ ਸਾਰੇ ਗ੍ਰੰਥਾਂ ਵੇਦਾਂ 'ਚ ਲਿਖੀ ਪਈ ਹੈ। ਕ੍ਰਿਸ਼ਨ ਦੀ ਗੀਤਾ ਵਿੱਚ ਵੀ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ। ਉਹਨੇ ਕੀ ਕੀਤਾ ਪਤਾ? ਉਹਨੇ ਗ੍ਰੰਥਾਂ ਦਾ ਸਤਿਕਾਰ ਛੱਡਤਾ। ਕਹੋ ਸਤਿਨਾਮ। ਇੱਧਰ ਉੱਧਰ ਜਿੱਥੇ ਪਏ ਨੇ ਸੰਭਾਲ ਨਹੀਂ ਕਰਦਾ, ਆਪ ਮੰਜੇ 'ਤੇ ਬੈਠਾ। ਇੱਕ ਦਿਨ ਕਿਤੇ ਗੁਰੂ ਉਹਦਾ ਮਿਲਣ ਆ ਗਿਆ ਅਤੇ ਗੁਰੂ ਉਹਦਾ ਕਹਿਣ ਲੱਗਿਆ, ਉਹ ਬੋਲਿਆ ਮੈਂ ਕੀ ਦੇਖ ਰਿਹਾ? ਕੀ ਮਹਾਰਾਜ, ਇਹ ਗ੍ਰੰਥ ਸਾਰੇ ਥੱਲੇ ਪਏ ਆ, ਤੂੰ ਮੰਜੇ 'ਤੇ ਬੈਠਾ। ਇਹ ਮਹਾਂਪੁਰਸ਼ਾਂ ਦੀਆਂ ਜੀਵਨੀਆਂ, ਮਹਾਂਪੁਰਸ਼ਾਂ ਦੇ ਗ੍ਰੰਥ ਤੂੰ ਪੜ੍ਹਦਾ? ਹਾਂ ਮਹਾਰਾਜ। ਫਿਰ ਇੰਨੇ ਸਾਂਭ ਨਹੀਂ ਕਰਦਾ। ਇਹ ਕਹਿੰਦਾ ਮੇਰੇ ਚੋਰ ਹੈ। ਕਹਿੰਦੇ ਕਿਵੇਂ? ਜਿਹੜੀ ਗੱਲ ਤੁਸੀਂ ਦੱਸੀ ਉਹ ਇਹਨਾਂ 'ਚ ਲਿਖੀ ਪਈ ਆ, ਇਹਨਾਂ ਨੇ ਮੈਨੂੰ ਪਹਿਲਾਂ ਦੱਸੀ ਨਹੀਂ। ਮਹਾਂਪੁਰਸ਼ ਕਹਿੰਦੇ ਉਹ ਤੇਰੀ ਬੁੱਧੀ ਨੇ ਨਹੀਂ ਪਹਿਲਾਂ ਫੜੀ, ਲਿਖੀ ਪਹਿਲਾਂ ਵੀ ਪਈ ਸੀ, ਲਿਖੀ ਹੁਣ ਵੀ ਪਈ ਹੈ। ਜਿਹੜੀ ਗੱਲ ਤੈਨੂੰ ਮੈਂ ਸਮਝਾਤੀ ਉਹ ਹੁਣ ਤੈਨੂੰ ਦਿਸਣ ਲੱਗ ਪਈ ਨਾ, ਇਹ ਤੇਰੀ ਮੱਤ ਨੇ ਨਹੀਂ ਫੜੀ ਅਤੇ ਇਹਨਾਂ ਦੀ ਕੀ ਗਲਤੀ ਹੈ? ਗ੍ਰੰਥ ਤਾਂ ਬਲਕਿ ਸਾਧੂਆਂ ਦੀ, ਰਿਸ਼ੀਆਂ ਮੁਨੀਆਂ ਦੀ, ਨਾਮ ਜਪਣ ਵਾਲਿਆਂ ਦੀ ਢਾਲ ਹੁੰਦੀ ਹੈ। ਮੈਂ ਕਥਾ ਕਰ ਰਿਹਾ ਨਾ, ਅਤੇ ਕੋਈ ਮੈਨੂੰ ਆ ਕੇ ਇਹ ਕਹਿ ਦੇਵੇ ਕਿ ਤੂੰ ਆਹ ਗੱਲ ਕਿਉਂ ਕਹੀ ਹੈ, ਜੇ ਤਾਂ ਮੈਂ ਆਪਦੀ ਮਨਮੱਤ ਨਾਲ ਕਹੀ ਹੋਊਗੀ ਫਿਰ ਤਾਂ ਮੈਂ ਦੇਣਦਾਰ ਹਾਂ। ਪਰ ਜੇ ਗ੍ਰੰਥ ਵਿੱਚ ਲਿਖੀ ਹੈ ਤਾਂ ਫਿਰ ਮੈਨੂੰ ਕੋਈ ਟੋਕ ਨਹੀਂ ਸਕਦਾ। ਕਹੋ ਸਤਿਨਾਮ। ਮੈਂ ਇਸ਼ਾਰਾ ਕਰੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਇਤਿਹਾਸ ਦੀ ਗੱਲ ਹੈ, ਮੈਂ ਕੋਲੋਂ ਬਣਾ ਕੇ ਨਹੀਂ ਕਹੀ, ਫਿਰ ਮੇਰੇ ਕੰਨੇ ਕੋਈ ਉਂਗਲ ਨਹੀਂ ਕਰ ਸਕਦਾ। ਤਾਂ ਗ੍ਰੰਥ ਜਿਹੜੇ ਆ ਮਹਾਂਪੁਰਸ਼ਾਂ ਦੇ, ਸਾਧੂਆਂ ਸੰਤਾਂ ਦੇ, ਗ੍ਰੰਥੀਆਂ ਦੇ, ਨਾਮ ਜਪਣ ਵਾਲੀਆਂ ਰੂਹਾਂ ਦੀ ਢਾਲ ਹੈ। ਇਹ ਸਾਨੂੰ ਸਾਡੀ ਰਕਸ਼ਾ ਕਰਦੇ ਆ। ਕਹੋ ਸਤਿਨਾਮ। ਇਹੋ ਜਿਹੀਆਂ ਬੇਅੰਤ ਕਹਾਣੀਆਂ ਹਨ। ਮੇਰੇ ਪ੍ਰੀਤਮ ਜੀ ਕਹਿੰਦੇ ਫਿਰ ਬੇਦਾ ਬੇਦਾ ਮਾਤਾ ਮਾਤਾ ਪਿਤਾ ਪਿਤਾ ਇਮ ਲਖੀਐ ਸੋਏ। ਫਿਰ ਸਾਰੀ ਸ੍ਰਿਸ਼ਟੀ ਜਿਹੜੀ ਆ ਇਸ ਤਰ੍ਹਾਂ ਦੀ ਦਿਸਣ ਲੱਗ ਜਾਂਦੀ ਹੈ। ਸੁਖ ਪਤ ਮੇਨੈ ਜੀਵ ਬ੍ਰਹਮ ਹੈ, ਜਿਸ ਤੇ ਨਹਿ ਸੰਸਾਰ ਕੋ ਕੋਏ। ਇਸ ਤਰ੍ਹਾਂ ਸੁਖਪਤੀ ਉਸ ਆਨੰਦ ਵਿੱਚ, ਲਿਵਲੀਨ ਅਵਸਥਾ ਵਿੱਚ ਜਦੋਂ ਪਰਮੇਸ਼ਰ ਵਿੱਚ ਇੱਕਮਿਕ ਹੋ ਜਾਂਦਾ ਹੈ, ਉਦੋਂ ਫਿਰ ਨਾ ਜੀਵ ਹੈ ਨਾ ਬ੍ਰਹਮ ਹੈ, ਦੋ ਹੈ ਹੀ ਨਹੀਂ, ਇੱਕੋ ਹੀ ਰਹਿ ਗਿਆ। ਦਸਵੇਂ ਪ੍ਰੀਤਮ ਇਹੀ ਗੱਲ ਕਹਿੰਦੇ ਆ, ਜਿੱਦੇ ਹੇਮਕੁੰਡ ਦੀ ਪਹਾੜੀ ਤੋਂ ਉੱਠ ਕੇ ਆਉਂਦੇ ਹੈ, ਮਾਤ ਲੋਕ ਜਨਮ ਲੈਂਦੇ ਨੇ, ਕਹਿੰਦੇ ਵੈਸੇ ਮੇਰਾ ਜੀ ਨਹੀਂ ਸੀ ਕਰਦਾ ਆਉਣ ਨੂੰ। ਕਰਤ ਤਪੱਸਿਆ ਜਬ ਹਮ ਭਇਓ, ਦਵੈ ਤੇ ਏਕ ਰੂਪ ਹੋਏ ਗਇਓ। ਚੇਤਨਾ ਭਇਓ ਹਮਰੋ ਆਵਨ ਕਹੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਅਤੇ ਮੇਰੀ ਸੁਰਤ ਮਾਲਕ ਦੇ ਚਰਨਾਂ ਵਿੱਚ ਫਸੀ ਹੋਈ ਸੀ, ਚੁਭੀ ਹੋਈ ਸੀ, ਭਾਵ ਮੈਂ ਇੱਕ ਮਿੱਕ ਹੋ ਚੁੱਕਿਆ ਸੀਗਾ। ਅਤੇ ਜੇ ਕਿਤੇ ਕੁਦਰਤੀ ਸੋਡੀ ਅਵਸਥਾ ਬਣ ਜੇ ਨਾ, ਅਤੇ ਜੀ ਸੋਡਾ ਵੀ ਨਹੀਂ ਉੱਠਣ ਨੂੰ ਕਰਨਾ। ਕਹੋ ਸਤਿਨਾਮ। ਕਿਉਂਕਿ ਉੱਥੋਂ ਦਾ ਆਨੰਦ ਹੀ ਅਲੱਗਾ ਹੈ।
ਹੋਣਗੀਆਂ ਬਹੁਤ ਰੂਹਾਂ ਤੁਹਾਡੇ ਵਿੱਚ ਵੀ ਨਾਮ ਜਪਣ ਵਾਲੀਆਂ, ਘਟਨਾਵਾਂ ਘਟਦੀਆਂ ਵੀ ਹੋਣਗੀਆਂ, ਪਰ ਉਹ ਗੱਲ ਜੇ ਕਿਤੇ ਬਣ ਗਈ ਨਾ, ਫਿਰ ਉੱਥੋਂ ਉੱਠਣ ਨੂੰ ਜੀ ਨਹੀਂ ਕਰਦਾ। ਪਤਾ ਨਹੀਂ ਅੰਦਰ ਫਿਰ ਕਿੰਨੇ ਨਜ਼ਾਰੇ ਤੇ ਰੰਗ ਦਿਖਾਉਂਦਾ ਹੈ, ਕਿੰਨੇ ਤਰ੍ਹਾਂ ਦੇ ਸਾਜ਼ ਵੱਜਦੇ ਹੈ, ਘੁੰਗਰੂਆਂ ਦੀ ਬਰੀਕ ਆਵਾਜ਼, ਬਾਜੇ ਦੀ ਆਵਾਜ਼, ਤੰਤੀ ਸਾਜ਼ਾਂ ਦੀ ਆਵਾਜ਼, ਔਰ ਗੁਰੂ ਪਿਆਰਿਓ ਹੋਰ ਅਨੇਕਾਂ ਤਰ੍ਹਾਂ ਦੀਆਂ ਆਵਾਜ਼ਾਂ ਜਦੋਂ ਅੰਦਰੋਂ ਸੁਣਨ ਲੱਗ ਜਾਂਦੀਆਂ ਨਾ, ਫਿਰ ਜੀ ਕਰਦਾ ਵੀ ਸੁਣ ਮੈਨੂੰ ਕੋਈ ਹਿਲਾਵੇ ਵੀ ਨਾ, ਕਿਉਂਕਿ ਉੱਥੇ ਸੁਰਤ ਇੱਕਮਿਕ ਹੋ ਜਾਂਦੀ ਆ। ਤਾਂ ਜਦੋਂ ਉੱਥੇ ਜੀਵ ਪਹੁੰਚ ਗਿਆ ਸੁਖਪਤੀ ਮੈਂ, ਭਾਵ ਉਸ ਆਨੰਦ ਦੀ ਅਵਸਥਾ ਵਿੱਚ ਗਿਆ, ਜੀਵ ਨਹੀਂ ਤੇ ਨਾ ਹੀ ਬ੍ਰਹਮ ਹੈ, ਨਾ ਰੱਬ ਹੈ, ਨਾ ਜੀਵ ਹੈ। ਕਬੀਰ ਸਾਹਿਬ ਉੱਥੇ ਪਹੁੰਚ ਕੇ ਬੜੇ ਮਾਣ ਨਾਲ ਕਹਿੰਦੇ ਆ, ਸ਼ੁਰੂਆਤ ਕਿੱਥੋਂ ਕਰਦੇ ਆ ਆਪਣੇ ਜੀਵਨ ਦੀ? ਕਬੀਰਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਰਾਮ ਰਾਮ ਜਪਦੇ ਆ, ਬਸ ਇਹੀ ਮੇਰੀ ਮਾਲਾ ਹੈ, ਰਾਮ ਰਾਮ ਜਪਣਾ। ਕਬੀਰਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ। ਆਦ ਸ਼ੁਰੂ ਤੋਂ ਜਿੰਨੇ ਭਗਤ ਹੋਏ ਯੁੱਗਾਂ ਦੇ ਵਿੱਚ, ਅੱਜ ਅੱਗੇ ਜਿਹੜੇ ਹੋਣਗੇ, ਇਹ ਰਾਮ ਦਾ ਨਾਮ, ਪਰਮੇਸ਼ਰ ਦਾ ਨਾਮ ਸਭ ਨੂੰ ਸੁੱਖ ਦੇਣ ਵਾਲਾ ਹੈ। ਕੋਈ ਸਤਨਾਮ। ਪਰ ਅਵਸਥਾ ਬਦਲਦੀ ਗਈ, ਬਦਲਦੀ ਗਈ, ਬਦਲਦੀ ਗਈ। ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਤੈਨੂੰ ਠੇਡਾ ਮਾਰ ਕੇ ਲੈ ਜੇ ਰੱਬ ਦੇ ਦਰ ਤੇ। ਕਹਿੰਦੇ ਨਹੀਂ ਯਾਰ, ਡਲਾ ਨਹੀਂ ਬਣਨਾ, ਰਾਹੀ ਦੇ ਸੱਟ ਵੱਜੂ ਪੈਰ ਤੇ, ਫਿਰ ਕੀ ਬਣਨਾ ਚਾਹੀਦਾ? ਕਿਹੋ ਜਿਹੇ ਬਣੀਏ ਆਪਾਂ? ਕਬੀਰ ਰੋੜਾ ਹੁਆ ਤੋ ਕਿਆ ਪਿਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਆਖੇ ਰੇਤਾ ਬਣ ਜਾ, ਕੋਮਲ ਰੇਤਾ। ਕਹਿੰਦੇ ਕੋਮਲ ਰੇਤਾ ਠੀਕ ਹੈ, ਠੇਡਾ ਨਹੀਂ ਵੱਜਦਾ। ਫਿਰ ਥੋੜ੍ਹਾ ਸੋਚਿਆ, ਕਹਿੰਦੇ ਨਹੀਂ ਯਾਰ, ਇਹ ਤਾਂ ਫਿਰ ਸਰੀਰ ਖਰਾਬ ਕਰ ਦੂ, ਗੰਦਾ ਹੋ ਜਾਊਗਾ, ਕੱਪੜੇ ਗੰਦੇ ਹੋ ਜਾਣਗੇ, ਰੜਕੂਗਾ ਸਰੀਰ ਤੇ। ਖੇ ਹੋਈ ਤੋ ਕਿਆ ਪਿਆ ਜੋ ਉੱਡ ਲਾਗੇ ਅੰਗ, ਫਿਰ ਕਿਹੋ ਜਿਹੇ ਬਣੀਏ? ਹਰਜਨ ਐਸਾ ਚਾਹੀਏ ਜੋ ਪਾਣੀ ਸਰਬੰਗ, ਪਾਣੀ ਵਰਗਾ ਬਣ ਜਾ। ਜਿਹੜੇ ਭਾਂਡੇ 'ਚ ਪਾ ਦਈਏ ਉਹੋ ਜਿਹਾ ਰੂਪ ਧਾਰ ਲੈਂਦਾ, ਜਿਹੋ ਜਿਹਾ ਰੰਗ ਪਾ ਦਈਏ ਉਹੋ ਜਿਹਾ ਰੰਗ ਬਣਾ ਲੈਂਦਾ। ਪਰ ਕਹਿੰਦੇ ਯਾਰ ਜੇ ਪਾਣੀ ਵਰਗਾ ਬਣ ਗਏ ਤਾਂ ਠੀਕ ਹੈ, ਪਰ ਪਾਣੀ 'ਚ ਵੀ ਚੌਗਣ ਹੈ ਵੀ ਇਹ ਤੱਤਾ ਤੇ ਠੰਡਾ ਹੁੰਦਾ ਰਹਿੰਦਾ, ਬੰਦਾ ਵੀ ਤੱਤਾ ਠੰਡਾ ਹੋ ਜਾਂਦਾ। ਕੋਈ ਸਤਰ ਕਹਿੰਦੇ ਨਹੀਂ ਯਾਰ, ਪਾਣੀ ਹੁਆ ਤਾਂ ਕਿਆ ਪਿਆ ਸੀਰਾ, ਸੀਰਾ ਕਹਿੰਦੇ ਠੰਡੇ ਨੂੰ। ਪੰਥੀ ਹੁਆ ਆਪਣਾ, ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ। ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਤੂੰ ਹਰੀ ਵਰਗਾ ਬਣ ਜਾ। ਜਦ ਹਰੀ ਵਰਗਾ ਬਣ ਗਿਆ ਤੇ ਜੀਵ ਖਤਮ ਹੋ ਗਿਆ। ਕੋਈ ਸਤਨਾਮ। ਇੱਕ ਦਿਨ ਨੂਨ ਦੀ ਡਲੀ ਕਹਿੰਦੀ ਮੈਂ ਸਮੁੰਦਰ ਨੂੰ ਵੇਖ ਕੇ ਆਉਣੀ ਆ ਕਿੰਨਾ ਕੁ ਡੂੰਘਾ, ਮੁੜ ਕੇ ਮੁੜੀ ਨਹੀਂ। ਕਹੋ ਸਤਨਾਮ। ਮੁੜਦੀ ਕਿਤੋਂ? ਉਹ ਤਾਂ ਵਿੱਚ ਘੁੰਮ ਗਈ, ਉਹਦੇ ਵਿੱਚ ਖਤਮ ਹੀ ਹੋ ਗਈ। ਜਦ ਐਸਾ ਹੋ ਗਿਆ ਤੇ ਫਿਰ ਤੂੰ ਦੱਸਣ ਜੋਗਾ ਵੀ ਨਹੀਂ ਰਹੇਗਾ। ਕਹੋ ਸਤਨਾਮ। ਨੂਨ ਦੀ ਡਲੀ ਕਹਿੰਦੀ ਸਮੁੰਦਰ ਦੀ ਡੂੰਘਾਈ ਦੇਖ ਕੇ ਆਉਣੀ ਆ, ਉਹ ਜਾਂਦੀ ਜਾਂਦੀ ਖਤਮ ਹੀ ਹੋ ਗਈ ਵਿੱਚ ਉਹਦੇ। ਇਸੇ ਤਰ੍ਹਾਂ ਜਪਦੇ ਜਪਦੇ ਖਤਮ ਹੀ ਹੋ ਜਾਈਏ। मिटा दे अपनी हस्ती को अगर कुछ मर्तबा चाहे, जैसे कि दाना खाक में मिलकर गुले गुलजार होता है। एक कणक का दाना रखिया, वो उग रहा, ढंगूर मारिया, पौधा बन गया, वो दाना खत्म हो गया। फिर की होया? खत्म हो गया तो अपने वर्गे 18-20 होर पैदा कर गया। कोई सतनाम। इससे जिवें खालसा पंथ पैदा करता 10वें पातशाह जी ने, वो कहने मेरा पुत्र हजे मरिया नहीं गा, मेरा खालसा पुत्र जिਉਂਦਾ है, तेरा बदला लऊगा चंगी तरह। कहो सतनाम सी। इसे करके गुरु साहब की एक कृपा साडे ते वरस रही है। प्रीतम जी कहने जदों सुखवती विच पहुँच गया ना, फिर ना तू जीव है ना तू ब्रह्म है, जिस ते न संसार को जोए, जिस करके संसार मेरे विच विखाई नहीं दिंदा जी दोहरा। इत्यादि जे वाक्य है अर्थ ना जे विचार। इस तरह के वाक जिहड़े हन विकार दूई दे लखायक ना होण करके, भाव जिन्हां शब्दां विच दुवैत खत्म की गल कीती आ, जिन्हां विच कोई विकार नहीं है। वाक पर किरत पछानियो जिनको इम निर्धार। वो है कुदरत दे लखायक, प्राकृति कुदरत। ते कुदरत की है? आनंद दाता परमेश्वर दा रूप है। कुदरत करके वसिया सोए, वक्त विचारी सो बंदा होए। तुहानूं सवास कौन दिंदा? परमेश्वर दिंदा ना। ते दिंदा कौन है भला? किहदे राही दिंदा? दरख्तां दे राही। कहो सतनाम। ਤੁਹਾਡੀ ਕਾਰਬਨ ਡਾਈਆਕਸਾਈਡ, ਤੁਹਾਡੀ ਛੱਡੀ ਹੋਈ ਗੰਦੀ ਹਵਾ ਦਰਖਤ ਲੈਂਦੇ ਆ।
ਗ੍ਰਹਿਣ ਕਰਦੇ ਆ ਔਰ ਉਸ ਨੂੰ ਆਪਣੇ ਰਾਹੀਂ ਪੁਣਛਾਣ ਕਰਕੇ ਕਨਵਰਟ ਕਰਕੇ ਤੁਹਾਨੂੰ ਆਕਸੀਜਨ ਦਿੰਦੇ ਆ। ਤਾਂ ਤੇ ਪਰਮੇਸ਼ਰ ਕਿੱਥੇ ਵਸਦਾ? ਕੁਦਰਤ ਦੇ ਵਿੱਚ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਇਸ ਕਰਕੇ ਇਹ ਜਿਹੜੇ ਵਾਕ ਪ੍ਰਾਕਿਰਤੀ ਹੁੰਦੇ ਆ, ਕੁਦਰਤੀ ਹੁੰਦੇ ਆ, ਇਹਨਾਂ ਵਿੱਚ ਕੋਈ ਦਵੈਤ ਨਹੀਂ ਨਿਕਲਦੀ, ਇਹਨਾਂ ਵਿੱਚੋਂ ਕੋਈ ਈਰਖਾ ਨਹੀਂ ਹੁੰਦੀ। ਇਹ ਸਭ ਇੱਕ ਪਰਮੇਸ਼ਰ ਦੀ ਗੱਲ ਕਰਦੇ ਹਨ। ਸਵੈ ਕਲਪ ਵਾਕਿ ਹੈ ਸਵਈਆ ਛੰਦ, ਜਿਸ ਤੇ ਭੂਤ ਪੈ ਸਭ ਉਤਪਤ ਕੋਨਾ, ਜਿਸ ਤੇ ਜੀਵਤ ਬਿਤ ਹੋਏ। ਹਾਂ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ, ਪ੍ਰਾਕਿਰਤੀ ਕੁਦਰਤ। ਹੁਣ ਅੱਗੇ ਫਿਰ ਗੱਲ ਕਰਦੇ ਨੇ, ਜਿਹੜੀ ਪ੍ਰਾਕਿਰਤੀ ਹੈ, ਜਿਹੜੀ ਕੁਦਰਤ ਹੈ, ਉਹ ਕੀ ਆ? ਜਿਸ ਤੇ ਭੂਤ ਭਏ ਸਭ ਉਤਪਤੀ। ਭੂਤਕਾਲ ਜਿਹੜੇ ਆਪਾਂ ਪੈਦਾ ਹੋਏ ਬੈਠੇ ਆ, ਆਪਾਂ ਭੂਤਕਾਲ ਦੇ ਆ। ਕੋਈ 1960 ਦਾ, ਕੋਈ 65 ਦਾ, ਕੋਈ 64 ਦਾ, ਕੋਈ 70 ਦਾ, ਕੋਈ ਥੱਲੇ ਦਾ, ਕੋਈ ਉੱਤੇ ਦਾ। ਆਪਾਂ ਭੂਤਕਾਲ 'ਚ ਆਏ ਸੀ। ਕਹੋ ਸਤਿਨਾਮ। ਇੱਥੇ ਬੈਠੇ ਆ ਵਰਤਮਾਨ 'ਚ। ਜਿਸ ਤੇ ਭੂਤ ਭਏ ਸਭ ਉਤਪਤ। ਇੱਥੇ ਭੂਤ ਦਾ ਮਤਲਬ ਭੂਤ ਪ੍ਰੇਤ ਨਹੀਂ ਹੈ, ਆਪਾਂ ਭੂਤਕਾਲ ਵਾਲੇ। ਜਿਸ ਤੋਂ ਆਪਾਂ ਸਾਰੇ ਉਤਪਤ ਹੋਏ ਹਾਂ, ਜਿਸ ਦੇ ਵਿੱਚ ਆਪਾਂ ਜੀ ਰਹੇ ਹਾਂ, ਜਿਸ ਤੇ ਜੀਵਤ ਥਿਤ ਹੋਏ ਵਰਤਮਾਨ ਵਿੱਚ ਬੈਠੇ ਹਾਂ। ਅੰਤ ਸਮੇਂ ਸਭ ਲਹਿਬ ਤਿਸ ਮੈਂ, ਕਰ ਨਿਸ਼ਚੇ ਉਰ ਧਾਰੋ ਸੋਏ। ਜਿਹਦੇ ਵਿੱਚੋਂ ਆਪਾਂ ਪੈਦਾ ਹੋਏ ਹਾਂ, ਇੱਥੇ ਵਰਤਮਾਨ 'ਚ ਬੈਠੇ ਹਾਂ, ਕੱਲ੍ਹ ਨੂੰ ਆਪਾਂ ਇਹ ਸਰੀਰ ਤੇ ਆ ਕੇ ਉਹਦੇ ਵਿੱਚ ਹੀ ਲਏ ਹੋਣਾ। ਜੇ ਤੂੰ ਬਹੁਤਾ ਹੀ ਸਿਆਣਾ ਨਾ, ਪੰਜ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ। ਜੇ ਤੂੰ ਬਹੁਤਾ ਚਲਾਕ ਹੈ, ਬਹੁਤਾ ਸਿਆਣਾ ਨਾ, ਤੇ ਪੰਜਾਂ ਤੱਤਾਂ ਦੇ ਸਰੀਰ ਦੀ ਖੋਜ ਕਰ। ਕਹੋ ਸਤਿਨਾਮ। ਭਾਵ ਆਪਣੀ ਸਿਆਣਪ ਇੱਥੇ ਵਰਤ, ਬਈ ਇਹ ਕੀ ਆ ਤੇ ਮੈਂ ਇਹ 'ਚ ਕਿੱਥੇ ਹਾਂ। ਕਹੋ ਸਤਿਨਾਮ। ਪੰਜ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ। ਤੂੰ ਕਿੱਥੋਂ ਪੈਦਾ ਹੋਇਆ ਸੀਗਾ? ਜ਼ਿੰਦਗੀ ਵਿੱਚ ਇੰਨੀ ਗੱਲ ਦੀ ਖੋਜ ਕਰ ਲਾ, ਤੇ ਸਰੀਰ ਛੱਡਣ ਤੋਂ ਬਾਅਦ ਲੀਨ ਤਾਹੇ ਮਹਿਮਾਨ, ਆਪਾਂ ਉੱਥੇ ਜਾ ਕੇ ਮਿਲ ਜਾਈਏ। ਇਹ ਮਨੁੱਖਾ ਜੀਵਨ ਦਾ ਅਸਲੀ ਮਕਸਦ ਹੈ, ਯਥਾਰਥ ਇਹ ਕੰਮ ਕਰਨਾ ਹੈ। ਨੌਵੇਂ ਪਾਤਸ਼ਾਹ ਜੀ ਦਾ ਇਹ ਬਚਨ ਹੈ। ਪ੍ਰੀਤਮ ਜੀ ਕਹਿੰਦੇ, ਅੰਤ ਸਮੇਂ ਸਭ ਲੈ ਹੈ। ਆ ਸਾਰੀ ਸ੍ਰਿਸ਼ਟੀ ਕੁਦਰਤ ਜਦੋਂ ਮਹਾਪਰਲੋਂ ਆਉਂਦੀ ਆ, ਪਰਲੋਂ ਛੋਟੀ ਛੋਟੀ ਤਾਂ ਆਉਂਦੀ ਰਹਿੰਦੀ ਆ। ਕਦੇ ਕਿਤੇ ਦੁਨੀਆ ਮਰ ਗਈ, ਕਦੇ ਕਿਤੇ ਮਰ ਗਈ, ਕਿਤੇ ਸਮੁੰਦਰ ਉਛਲਿਆ, ਅਸਾਮੀ ਲਹਿਰਾਂ ਆ ਗਈਆਂ, ਕਿਤੇ ਸੁਨਾਮੀ ਲਹਿਰਾਂ ਆ ਗਈਆਂ, ਕਿਤੇ ਕਰੋਨਾ ਦੀਆਂ ਲਹਿਰਾਂ ਆ ਗਈਆਂ। ਇਹ ਪਰਲੋਂ ਹੈ ਛੋਟੀ। ਤੇ ਮਹਾਪਰਲੋਂ ਜਦੋਂ ਇੱਕਦਮ ਸਾਰੀ ਦੁਨੀਆ ਲੈ ਹੋ ਜਾਣੀ ਆ, ਖਤਮ ਹੋ ਜਾਣੀ ਆ। ਪਰ ਉਸ ਮਹਾਪਰਲੋਂ ਸਮੇਂ ਪਰਮੇਸ਼ਰ ਨੇ ਕੁਝ ਜੀਵ ਬਚਾਉਣੇ ਆ। ਉਹ ਕਿਹੜੇ ਬਚਾਉਣੇ ਆ? ਜਿਹੜੇ ਨਾਮ ਜਪਦੇ ਹੋਣਗੇ। ਕਹੋ ਸਤਿਨਾਮ। ਜਿਨ੍ਹਾਂ ਨੂੰ ਕਿਹਾ 12 ਕੋਹ ਤੇ ਦੀਵਾ ਜਗੇਗਾ, ਉਹਨਾਂ ਨੂੰ ਬਚਾਉਣਾ ਹੈ। ਉਹ ਕਿਤੇ ਗੁਫਾਵਾਂ 'ਚ ਬੈਠੇ ਬਚਣਗੇ। ਕਹੋ ਸਤਿਨਾਮ। ਜਿੱਥੇ ਮਰਜੀ ਉਹਦੀ ਮਰਜ਼ੀ ਆ, ਜਿੱਥੇ ਮਰਜੀ ਰੱਖੇ, ਕਿਉਂਕਿ ਦੁਬਾਰੇ ਸ੍ਰਿਸ਼ਟੀ ਫੇਰ ਪੈਦਾ ਕਰਨੀ ਆ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਨਾ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਉਹ ਸੁਨ ਸਮਾਧੀ ਵਿੱਚ ਬੈਠਾ ਹੈ। ਮਹਾਪਰਲੋਂ ਕਰਕੇ ਫਿਰ ਸੁਨ ਸਮਾਧੀ ਵਿੱਚ ਚਲੇ ਆ ਜਾਂਦਾ ਹੈ। ਜੁਗਾਂ ਤੱਕ ਬੈਠਾ ਰਹਿੰਦਾ ਲੀਨ ਹੋ ਕੇ। ਫਿਰ ਇੱਕ ਦਿਨ ਫੁਰਨਾ ਬਣਦਾ, ਹੋ ਜਾ ਬਸ। ਇੰਨੇ ਨਾਲ ਹੀ ਕੀਤਾ ਪਸਾਓ ਏਕੋ ਕਵਾਓ, ਏਕੋ ਕਵਾਓ, ਹੋ ਜਾ ਇੱਕੋ ਬਚਨ। ਕਵਾਓ ਦਾ ਮਤਲਬ ਕੂਣਾ, ਮਾਝੇ ਦੀ ਬੋਲੀ ਹੈ, ਬੋਲਣਾ। ਬਸ ਇੱਕੋ ਵਾਰੀ ਬੋਲਦਾ ਤੇ ਦੁਨੀਆ ਫਿਰ ਬਣਨੀ ਸ਼ੁਰੂ ਹੋ ਜਾਂਦੀ ਹੈ। ਸੁਣੋ ਕੀਏ 10 ਅਵਤਾਰਾ। ਮਾਰੂ ਰਾਗ ਦੇ ਵਿੱਚ ਦੋਨੇ ਸ਼ਬਦ ਇਕੱਠੇ ਲਿਖੇ ਆ। ਘਰੇ ਬੈਠ ਕੇ ਪੜ੍ਹਿਓ, ਮੋਬਾਈਲ 'ਚੋਂ ਕੱਢ ਲਿਓ, ਚਾਹੇ ਪੋਥੀ ਹੈ ਤਾਂ ਘਰੇ ਪੋਥੀ 'ਚੋਂ ਕੱਢ ਕੇ ਦੇਖ ਲਿਓ। 1035 ਅੰਗ ਤੇ ਮਾਰੂ ਰਾਗ ਦੇ ਵਿੱਚ ਇੱਕ ਹੈ ਅਰਬਦ ਨਰਬਦ ਧੁੰਦੂਕਾਰਾ, ਜਿੱਥੇ ਕੱਲਾ ਬੈਠਾ। ਫਿਰ ਅਗਲੇ ਸ਼ਬਦ ਵਿੱਚ ਉਹ ਆਪਣੇ ਵਿੱਚੋਂ ਪੈਦਾ ਕਰਦਾ, ਸੁਣੋ ਕੀਏ 10 ਅਵਤਾਰਾ। ਸੁਣ ਵਿੱਚੋਂ ਹੀ। ਮਾਂ ਦੇ ਉਦਰ ਵਿੱਚ ਕੁਛ ਵੀ ਨਹੀਂ ਸੀ, ਨਾ ਹੱਡੀ ਸੀ, ਨਾ ਬੱਚੇ ਦਾ ਮਾਸ ਸੀਗਾ, ਕੁਛ ਵੀ ਨਹੀਂ ਸੀਗਾ। ਪਰ ਸਮਾਂ ਆਇਆ ਤੇ ਇਹਦੇ ਵਿੱਚੋਂ ਹੀ ਉਹ ਹੱਡੀਆਂ ਮਾਸ ਸਭ ਤਿਆਰ ਕਰਕੇ ਇਹ 5 ਕਰਮ ਇੰਦਰੇ, 5 ਗਿਆਨ ਇੰਦਰੇ, 10 ਅਵਤਾਰ ਇਹ ਆ ਇੱਧਰਲੇ। ਉਹਨਾਂ 10 ਅਵਤਾਰਾਂ ਦੀ ਗੱਲ ਨਹੀਂ ਕੀਤੀ। ਇੱਧਰ ਸਰੀਰ ਦੇ 10 ਗਿਆਨ ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਇਹ ਸਾਰੇ ਸਰੀਰ ਤੇ ਫਿੱਟ ਕਰਤੇ। ਕਹੋ ਸਤਿਨਾਮ। ਸੁਣ ਵਿੱਚ ਹੀ ਕਰਤੇ। ਮਾਂ ਨੂੰ ਵੀ ਨਹੀਂ ਪਤਾ ਲੱਗਿਆ।
ਕਿ ਉਹਨਾਂ ਨੂੰ ਪਰਮੇਸ਼ਰ ਨੇ ਕਿਵੇਂ ਤਿਆਰ ਕੀਤਾ ਅੰਦਰ ਬੈਠ ਕੇ। ਕਹੋ ਸਤਨਾਮ ਸੀ। ਕਿਉਂਕਿ ਉਹ ਪਰਮੇਸ਼ਰ ਦਾ ਆਪਦਾ ਕੋਈ ਸਰੀਰ ਨਹੀਂ ਹੈ, ਉਹ ਚੇਤਨਾ ਹੈ। ਉਹ ਚੇਤਨਾ ਹੀ ਕੰਮ ਕਰਦੀ ਹੈ ਆਪਣੇ ਸਾਰਿਆਂ ਵਿੱਚ। ਸੂਈ ਤੋਂ ਲੈ ਕੇ ਅੱਜ ਦੇ ਕੰਪਿਊਟਰ ਯੁੱਗ ਤੱਕ ਇਹ ਸਭ ਕੁਝ ਕਰਨ ਵਾਲਾ ਉਹ ਹੀ ਹੈ। ਕਹੋ ਸਤਨਾਮ। ਸਾਇੰਸਦਾਨਾਂ ਦੇ ਵਿੱਚ ਬੈਠ ਕੇ ਉਹੀ ਸਭ ਕੁਝ ਕਰਵਾ ਰਿਹਾ ਹੈ। ਪਹਿਲਾਂ ਸਾਡੀ ਆਵਾਜ਼ ਦੂਰ ਨਹੀਂ ਸੀ ਜਾਂਦੀ ਤੇ ਸਾਇੰਸ ਨੇ ਆਹ ਬਣਾਤੇ। ਕਹੋ ਸਤਨਾਮ ਸੀ। ਹੁਣ ਸਾਨੂੰ ਦੂਰ ਬੈਠਿਆਂ ਦਾ ਪਤਾ ਨਹੀਂ ਸੀ ਲੱਗਦਾ। ਸੰਸਾਰ ਨੇ, ਸਾਇੰਸ ਨੇ ਆਹ ਸਾਡੇ ਹੱਥ 'ਚ ਫੜਾਤਾ ਤੇ ਬਣਵਾਇਆ ਕਿਹਨੇ ਹੈ? ਪਰਮੇਸ਼ਰ ਨੇ। ਕਹੋ ਸਤਨਾਮ। ਸਭ ਦੇ ਅੰਦਰ ਉਹ ਚੇਤਨਾ ਹੈ ਜੋ ਸਭ ਨੂੰ ਚਲਾ ਰਹੀ ਆ। ਕਹੋ ਸਤਨਾਮ ਸੀ। ਬਣਾ ਰਹੀ ਆ। ਕਮਾਲ ਦੀ ਖੇਡ ਹੈ। ਕਹਿਣ ਲੱਗੇ ਜਿਸ ਦੇ ਵਿੱਚੋਂ ਆ ਪ੍ਰਕਿਰਤੀ 'ਚੋਂ ਆਪਾਂ ਪੈਦਾ ਹੋਏ ਆ। ਮਾਂ ਪਿਓ ਤੋਂ ਪੈਦਾ ਹੋਇਆ ਨਾ, ਤੇ ਮਾਂ ਪਿਓ ਨੇ ਪ੍ਰਕਿਰਤੀ ਵਿੱਚੋਂ ਕਿਹੜਾ ਤੱਤ ਲਿਆ? ਉਹਨੇ ਕਣਕ ਖਾਧੀ, ਉਹਨੇ ਫਲ ਫਰੂਟ ਖਾਧਾ, ਉਹਨੇ ਇਹ ਸਾਰੀ ਖੁਰਾਕ ਖਾਧੀ। ਉਸ ਖੁਰਾਕ ਦੇ ਵਿੱਚੋਂ ਮਾਂ ਕੀ ਰਕਤ, ਪਿਤਾ ਬਿੰਦ ਧਾਰਾ, ਪਿਤਾ ਦੀ ਬੂੰਦ, ਮਾਂ ਦਾ ਖੂਨ, ਇਹ ਦੋਨੇ ਕਿੱਥੋਂ ਨਿਕਲੇ? ਕਣਕ ਚੋਂ, ਪ੍ਰਕਿਰਤੀ ਚੋਂ, ਫਲ ਫਰੂਟ ਚੋਂ, ਖਾਧੀ ਖੁਰਾਕ ਚੋਂ। ਕਹੋ ਸਤਨਾਮ ਸੀ। ਇਹਦੇ ਵਿੱਚੋਂ ਆਪਾਂ ਪੈਦਾ ਹੋਏ। ਪੰਜੇ ਤੱਤ ਆਹ ਮਤਲਬ ਪੰਜੇ ਤੱਤ ਇਹ ਚੋਂ ਬਣੇ ਤੇ ਆਪਣੀ ਜੋਤ ਵਿੱਚ ਰੱਖਦੀ। ਇੱਕ ਦਿਨ ਸਮਾਂ ਆਵੇਗਾ ਇਹਨਾਂ ਨੂੰ ਢਾਹ ਦੇਗਾ, ਜੋਤਾਂ ਨੂੰ ਕੱਢ ਕੇ ਲੈ ਜਾਊਗਾ, ਆਪਦੇ ਵਿੱਚ ਮਿਲਾ ਲੂਗਾ। ਜਿਵੇਂ ਪਾਰਾ ਖਿੰਡ ਜਾਂਦਾ ਹੈ ਤੇ ਕਈ ਟੋਟੇ ਹੋ ਜਾਂਦੇ ਆ, ਇਕੱਠਾ ਕਰ ਦਿਓ ਫਿਰ ਇੱਕ ਹੋ ਜਾਂਦਾ। ਕਹੋ ਸਤਨਾਮ। ਮੇਰੇ ਪ੍ਰੀਤਮ ਜੀ ਕਹਿੰਦੇ ਅੰਤ ਸਮੇਂ ਸਭ ਲੈ ਹੋਏ, ਤਿਸ ਮੈਂ ਕਰ ਨਿਸ਼ਚੈ ਉਰ ਧਾਰੋ ਸੋਏ। ਇਹ ਗੱਲ ਪੱਕੀ ਜਾਣੋ, ਜਿੱਥੋਂ ਪੈਦਾ ਹੋਇਆ ਉੱਥੇ ਹੀ ਮਿਲਣਾ ਹੈ। ਜਾਗਰਤ ਸੁਪਨ ਕੁਲ ਉਭਯਨ ਮੈਂ ਮਹਾਮਤਸ ਵਿਚਰਤ ਲਖ ਜੋਏ। ਮਹਾਮਤਸ ਕੀ ਹੁੰਦਾ ਹੈ? ਮਨਮਤ ਵਾਲਾ। ਜਿਸ ਤਰ੍ਹਾਂ ਨਦੀ ਹੈ, ਉਹਦੇ ਦੋ ਕਿਨਾਰੇ ਹੈ, ਵਿਚਾਲੇ ਉਹਦੇ ਪਾਣੀ ਚੱਲਦਾ ਹੈ ਤੇ ਪਾਣੀ ਦੇ ਵਿੱਚ ਵੱਡੇ ਵੱਡੇ ਮੱਛ, ਮਗਰਮੱਛ ਚੱਲਦੇ ਆ। ਇਸੇ ਤਰ੍ਹਾਂ ਜਾਗਰਤ ਹੈ ਇੱਕ, ਹੁਣ ਜਾਗਰਤੀ ਹੈ। ਰਾਤ ਨੂੰ ਸੌਂ ਜਾਾਂਗੇ, ਸੁਪਨਾ ਹੈ। ਇਹਨਾਂ ਦੋਹਾਂ ਦੇ ਵਿਚਾਲੇ ਆਪਾਂ ਸਾਰੇ ਜੀਵ ਇਸ ਭਵ ਜਲ ਵਿੱਚ ਚੱਲ ਰਹੇ ਹਾਂ। ਕਹੋ ਸਤਨਾਮ। ਜਾਗਰਤ ਅਤੇ ਸੁਪਨ ਦੇ ਵਿੱਚ ਜਿਵੇਂ ਨਦੀ ਦੇ ਦੋ ਕਿਨਾਰਿਆਂ ਵਿੱਚ ਪਾਣੀ ਚੱਲਦਾ, ਪਾਣੀ ਵਿੱਚ ਅਨੇਕਾਂ ਜਲ ਜੰਤੂ ਹੁੰਦੇ ਹੈ। 42 ਲੱਖ ਜੀ ਜਲ ਮੈਂ ਹੋਤਾ ਹੈ, ਬੀਠਲ ਪਹਿਲਾ ਕਾਇ ਕਰੋ। ਨਾਮਦੇਵ ਜੀ ਬੜੇ ਹੈਰਾਨ ਹੋਏ ਇਸ ਵਿਸ਼ੇ ਤੇ। ਇੱਕ ਦਿਨ ਫੁਰਨਾ ਬਣਿਆ ਵੀ ਯਾਰ ਮਾਲਕ ਨੂੰ ਖੁਸ਼ ਕਰੀਏ, ਆਪਾਂ ਖੁਸ਼ੀ ਲਈਏ ਮਾਲਕ ਦੀ। ਕਿਵੇਂ ਲਈਏ? ਆਪਾਂ ਇਹ ਕਰਦੇ ਹਾਂ ਵੀ ਇਸ਼ਨਾਨ ਕਰਾਉਣੇ ਆ ਮਾਲਕ ਦਾ। ਕਹੋ ਸਤਨਾਮ। ਪਾਣੀ ਲੈਣ ਗਿਆ ਨਦੀ 'ਚੋਂ, ਉਹ ਗਾਂ ਸਾਹਮਣੇ ਮੱਛੀਆਂ ਡੱਡੂ ਦੇਖੇ, ਕਹਿੰਦੇ ਛੱਡ ਯਾਰ ਪਾਣੀ ਤਾਂ ਖਰਾਬ ਹੈ, ਮਾਲਕ ਤਾਂ ਪਵਿੱਤਰ ਹੈ, ਆਪਾਂ ਪਾਣੀ ਨਹੀਂ ਲੈ ਕੇ ਜਾਂਦੇ। ਕਹੋ ਸਤਨਾਮ। ਹੁਣ ਕੀ ਕਰੀਏ? ਆਪਾਂ ਗੇਂਦੇ ਦੇ, ਗੁਲਾਬ ਦੇ ਫੁੱਲ ਲੈ ਚੱਲਦੇ ਹਾਂ, ਫੁੱਲਾਂ ਦੀ ਮਾਲਾ ਬਣਾ ਕੇ ਪਾ ਦਿਆਂਗੇ ਗਲ 'ਚ। ਫੁੱਲ ਤੋੜਨ ਗਿਆ, ਭੌਰੇ ਤੇ ਤਿਤਲੀਆਂ ਸੁੰਘਦੇ ਫਿਰਦੇ ਆ। ਕਹੋ ਸਤਨਾਮ। ਕਹਿਣ ਲੱਗੇ ਯਾਰ ਇਹ ਵੀ ਝੂਠੇ ਕਰਤੇ। ਪਹਿਲੇ ਬਾਸ ਲਈ ਹੈ ਭਵਰ, ਇਹ ਭੌਰਾ ਪਹਿਲੇ ਸੁਗੰਧੀ ਲੈ ਗਿਆ। ਆਪਾਂ ਦੇਗ ਬਣਾ ਕੇ ਕਹਿੰਦੇ ਪਹਿਲਾਂ ਭੋਗ ਲਾਵਾਂਗੇ, ਝੂਠਾ ਨਾ ਕਰਦੀ, ਪਰ ਇਹ ਤਾਂ ਪਹਿਲੇ ਝੂਠੇ ਕਰਦੇ, ਭੌਰਾ ਸੁਗੰਧੀ ਲੈ ਗਿਆ। ਬੀਠਲ ਪਹਿਲਾ ਕਾਇ ਕਰੋ, ਮੈਂ ਮਾਲਕ ਦੀ ਖੁਸ਼ੀ ਕਿਵੇਂ ਲਵਾਂ? ਕਹਿੰਦੇ ਚੱਲ ਕੋਈ ਨਹੀਂ, ਆਪਾਂ ਦੁੱਧ ਚੋਣੇ ਆ ਤਾਂ ਖੀਰ ਬਣਾਉਣੇ ਆ। ਦੁੱਧ ਚੋਣ ਤੋਂ ਪਹਿਲਾਂ ਬੱਚਾ ਛੱਡਣਾ ਪਿਆ। ਕਹੋ ਸਤਨਾਮ। ਕਹਿੰਦੇ ਛੱਡ ਯਾਰ, ਪਹਿਲੇ दूध ਬਟੋਰਿਓ ਬਛੜਾ, ਇਹ ਵੀ ਝੂਠਾ ਹੋ ਗਿਆ, ਬਹਿ ਗਿਆ। ਕੀ ਕਰਾਂ? ਬੈਠੇ ਬੈਠੇ ਗੱਲ ਯਾਦ ਆਈ ਗੁਰੂ ਦੀ। ਕਹਿੰਦੇ ਗੁਰੂ ਨੇ ਤੈਨੂੰ ਕਿਹਾ ਸੀਗਾ ਈਗੈ ਨਿਰਗੁਣ ਉਗੈ ਸਰਗੁਣ, ਹਰ ਥਾਂ ਤੇ ਉਹੀ ਰਹਿੰਦਾ। ਪਹਿਲੀ ਵਾਰ ਜਦੋਂ ਘਟਨਾ ਘਟੀ, ਜਿਸ ਦਿਨ ਇਸ ਨੂੰ ਮੂਰਤੀ ਪੂਜਾ ਤੋਂ ਉੱਚਾ ਚੁੱਕਿਆ ਨਾਮਦੇਵ ਦੇ ਗੁਰੂ ਨੇ, ਇਹ ਆਪਣੀ ਵੀ ਗੱਲ ਹੈ, ਆਪਣੇ ਵਾਸਤੇ ਵੀ ਹੈ। ਉਹਦੇ ਗੁਰੂ ਨੇ ਕੀ ਕੀਤਾ ਪਤਾ? ਇੱਕ ਮੰਦਿਰ ਹੈ ਮਹਾਰਾਸ਼ਟਰ ਵਿੱਚ ਜਿੱਥੇ ਨਾਮਦੇਵ ਜੀ ਪੈਦਾ ਹੋਇਆ। ਉਸ ਮੰਦਿਰ ਵਿੱਚੋਂ ਰੋਜ਼ ਜਾਂਦੇ ਆ ਭਜਨ ਬੰਦਗੀ ਵਾਸਤੇ। ਹੁਣ ਗੁਰੂ ਧਾਰਨ ਕਰ ਲਿਆ, ਗੁਰੂ ਕੋਲ ਵੀ ਜਾਣ ਲੱਗੇ। ਇੱਕ ਦਿਨ ਪੱਥਰ ਦੀਆਂ ਪੌੜੀਆਂ ਬਣਾਈਆਂ ਪਹਾੜੀ ਉੱਤੇ, ਉੱਥੋਂ ਚੜ੍ਹ ਕੇ ਮੰਦਿਰ 'ਤੇ ਜਾ ਰਹੇ ਆ। ਗਾਹਾਂ ਕ੍ਰਿਸ਼ਨ ਦੀ ਮੂਰਤੀ ਲੱਗੀ ਆ ਉਹਦੇ ਵਿੱਚ, ਤੇ ਕ੍ਰਿਸ਼ਨ ਦਾ ਇੱਕ ਪੈਰ ਚੱਕਿਆ ਹੋਇਆ, ਲੱਤ 'ਤੇ ਲੱਤ ਰੱਖ ਕੇ ਖੜੀ ਆ, ਮੂਰਤੀ ਉਹ ਲੱਗੀ ਹੋਈ ਆ। ਤੇ ਇਹਦੇ ਗੁਰੂ ਨੇ ਆਪਣਾ ਪੈਰ ਕ੍ਰਿਸ਼ਨ ਦੇ ਹੇਠਲੇ ਪੈਰ 'ਤੇ ਰੱਖਿਆ ਹੋਇਆ ਐ ਕਰਕੇ। ਕਹੋ ਸਤਨਾਮ। ਭਾਵਨਾ ਬੜੀ ਸੀ ਕ੍ਰਿਸ਼ਨ ਵਿੱਚ।
ਕਹਿੰਦੇ ਉਹ ਮਹਾਰਾਜ ਇਹ ਕੀ ਕਰਦੇ ਹੋ? ਕਹਿੰਦੇ ਕਿਉਂ? ਕਹਿੰਦੇ ਤੁਸੀਂ ਮਾਲਕ ਦੇ ਪੈਰਾਂ ਤੇ ਪੈਰ ਰੱਖ ਛੱਡਿਆ। ਕਹੋ ਸਤਿਨਾਮ। ਕਹਿੰਦੇ ਨਾਮਦੇਵ ਤੂੰ ਰੋਜ਼ ਹੀ ਧਰਦਾ, ਮੈਂ ਤਾਂ ਅੱਜ ਹੀ ਧਰਿਆ। ਮਹਾਰਾਜ ਐਡੀ ਗਲਤੀ ਮੈਂ ਤਾਂ ਕਦੇ ਕੀਤੀ ਨਹੀਂ। ਕੀਤੀ ਕਿਉਂ ਨਹੀਂ? ਜਿਹੜੇ ਇਹ ਮੂਰਤੀ ਆ ਕਾਹਦੀ ਬਣੀ ਆ? ਕਹਿੰਦੇ ਜੀ ਪੱਥਰ ਦੀ, ਪੱਥਰ ਘੜ ਕੇ ਬਣਾਈ ਗਈ ਆ। ਠੀਕ ਆ, ਤੇ ਜਿਹੜੀਆਂ ਪੌੜੀਆਂ ਟੱਪ ਕੇ ਆਉਣਾ ਉਹ ਕਾਹਦੀਆਂ? ਕਹਿੰਦਾ ਜੀ ਪੱਥਰ ਦੀਆਂ। ਫਿਰ ਜੇ ਉਹਨਾਂ ਨੂੰ ਘੜ ਦਈਏ ਤੇ ਉਹ ਵੀ ਕ੍ਰਿਸ਼ਨ ਬਣ ਜਾਊਗਾ। ਕਹਿੰਦੇ ਹਾਂ ਜੀ। ਕਹਿੰਦੇ ਫਿਰ ਤੂੰ ਉਹਨਾਂ ਦੇ ਚੜ੍ਹ ਕੇ ਆਉਣਾ ਰੋਜ਼, ਤੇ ਮੈਂ ਤਾਂ ਅੱਜ ਹੀ ਧਰਿਆ। ਜੇ ਇਹ ਕ੍ਰਿਸ਼ਨ ਹੈ ਤੇਰਾ, ਇਹ ਬੀਠਲ ਹੈ, ਤੇ ਉਹ ਪੱਥਰ ਦੀਆਂ ਪੌੜੀਆਂ ਵੀ ਬੀਠਲ ਹੈ। ਕਹੋ ਸਤਿਨਾਮ। ਕਹਿੰਦਾ ਜੀ ਗੱਲ ਤਾਂ ਸਹੀ ਹੈ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉਹ ਭਲਿਆ ਮਾਨਸਾ, ਆਪਾਂ ਹੁਣ ਮੂਰਤੀ ਪੂਜਾ 'ਚ ਨਹੀਂ ਰਹਿਣਾ। ਉੱਚਾ ਉੱਠ, ਸਰਗੁਣ 'ਚੋਂ ਨਿਰਗੁਣ ਦੀ ਸੇਵਾ 'ਚ ਲੈ ਗਏ। ਕ੍ਰਿਸ਼ਨ ਜੀ ਦੀ ਮੂਰਤੀ ਨੂੰ ਪਹਿਲਾਂ ਪੂਜਦੇ ਸੀ, ਲੇਕਿਨ ਹੁਣ ਉਹ ਗਿਆਨ ਦੇਤਾ ਜਿਹੜਾ ਗਿਆਨ ਗੁਰੂਆਂ ਨੇ ਬਾਣੀ 'ਚ ਰੱਖਿਆ। ਕਹੋ ਸਤਿਨਾਮ। ਜੇ ਇਹ ਦਿਓ, ਜੇ ਇਹ ਦਿਓ ਤੇ ਉਹ ਵੀ ਦੇਵਾ। ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਆਪਾਂ ਹਰੀ ਨਾਲ ਜੁੜਨਾ। ਖੈਰ ਪ੍ਰੀਤਮ ਜੀ ਕਹਿੰਦੇ ਜਦੋਂ ਆ ਕੇ ਉਹਨੇ ਗਾਂ ਚੋਈ ਤੇ ਉੱਥੇ ਬੱਚਾ ਛੱਡਣਾ ਪਿਆ, ਉਹ ਵੀ ਝੂਠਾ ਹੋ ਗਿਆ। ਆਜ਼ਾਦ ਆਇਆ, ਫਿਰ ਉੱਠ ਕੇ ਨੱਚਣ ਲੱਗਿਆ, ਗਾਉਣ ਲੱਗਿਆ। ਜਾ ਨਾਮਿਆ ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵੇ ਸੁਆਮੀ ਮੇਰਾ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਂ ਠਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰ ਮਹੀ। ਛੱਡ ਤੂੰ ਹੀ ਮੱਛੀਆਂ ਵਿੱਚ ਨਹਾਈ ਜਾਣਾ, ਤੂੰ ਹੀ ਬੱਚੇ ਵਿੱਚ ਦੁੱਧ ਪੀ ਜਾਣਾ, ਤੇ ਤੂੰ ਹੀ ਫੁੱਲਾਂ ਦੀ ਸੁਗੰਧੀ ਭੌਰੀਆਂ ਵਿੱਚ ਦੀ ਹੋ ਕੇ ਲਈ ਜਾਣਾ। ਸਹਿਸ ਤਵ ਨੈਣ ਨਨ ਨੈਣ ਹਾਹੇ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨਾ ਏਕ ਪਦ, ਗੰਧ ਬਿਨਾ ਨੱਕ ਤੋਂ ਬਗੈਰ। ਗੰਧ ਬਿਨਾ ਸਹਿਸ ਤਵ ਗੰਧ, ਇਹਨਾਂ ਸਾਰੇ ਨੱਕਾਂ ਰਾਹੀਂ ਭੌਰੀਆਂ ਤਿਤਲੀਆਂ ਵਿੱਚ ਦੀ ਖੁਸ਼ਬੂ ਤੂੰ ਹੀ ਲਈ ਜਾਣਾ। ਛੱਡ ਤੂੰ ਤਾਂ ਖੁਸ਼ ਹੀ ਰਹਿਣਾ। ਕਹੋ ਸਤਿਨਾਮ। ਮਨੋਬਿਰਤੀਆਂ ਉੱਥੇ ਰੱਖੀਏ, ਆਪਾਂ ਭੁਲੇਖੇ 'ਚ ਆ। ਬਸ ਜਾਗਰਤ ਅਤੇ ਸੁਪਨ ਦੋ ਕਿਨਾਰਿਆਂ ਦੇ ਵਿੱਚ ਪਾਣੀ ਚੱਲਦਾ ਹੈ। ਉਹਦੇ ਵਿੱਚ ਜਿਵੇਂ ਮਗਰਮੱਛ ਵਰਗੀ 84 ਲੱਖ ਜੂਨ ਹੈ, ਉਸੇ ਤਰ੍ਹਾਂ ਆਪਾਂ ਵੀ ਇੱਕ ਜੂਨ ਵਿੱਚ ਵਿਚਰ ਰਹੇ ਹਾਂ। ਇਸ ਆਤਮ ਤੇ ਨਭ ਸੰਕੂਤੰ ਵਾਕਿਆ, ਇਤਿਆਦ ਸਵੈ ਕਲਪ ਹੋਏ। ਉਸੇ ਆਤਮਾ ਤੋਂ ਆਕਾਸ਼ ਪੈਦਾ ਹੋਇਆ ਹੈ। ਇਸ ਪ੍ਰਕਾਰ ਵਾਕ ਸਾ ਵਿਕਲਪ, ਕਲਪ ਵਿਕਲਪ, ਸਾ ਵਿਕਲਪ। ਇਹ ਫੁਰਨਾ ਬਣਿਆ ਤੇ ਫੁਰਨੇ ਤੋਂ ਸ੍ਰਿਸ਼ਟੀ ਬਣ ਗਈ ਜੀ। ਨਿਰਵੈ ਕਲਪ ਵਾਕ ਚੌਪਈ, ਸਤਯੰਗ ਗਿਆਨ ਮਨੰਤੇ ਬ੍ਰਹਮਾ। ਅੰਗੰ ਵਿਗਿਆਨ ਰੂਪ ਬਿਨ ਭਰਮ। ਸਤਯੰ ਗਿਆਨ ਸੱਚਾ ਗਿਆਨ ਹੈ। ਮਨੰਤੇ ਬ੍ਰਹਮੰ, ਅਨੰਤ ਵਿੱਚ ਪਰਮੇਸ਼ਰ ਨੂੰ ਦੇਖਣਾ, ਇਹ ਸੱਚਾ ਗਿਆਨ ਹੈ। ਅਯੰਗ ਵਿਗਿਆਨ ਜਿਹੜੀ ਸੈਂਸ ਹੈ, ਵਿਗਿਆਨ ਹੈ। ਵਿਗਿਆਨ ਭਾਵ ਗਿਆਨ ਨਹੀਂ, ਉਹ ਯਥਾਰਥ ਗਿਆਨ ਨਹੀਂ, ਉਹ ਗਿਆਨ ਹੈ। ਵਿਗਿਆਨ, ਵਿਗਿਆਨ ਗਿਆਨ ਦਾ ਪੁੱਤਰ ਹੈ, ਬਾਅਦ 'ਚ ਪੈਦਾ ਹੋਇਆ। ਇਸ ਕਰਕੇ ਇਹਦੇ ਵਿੱਚ ਭਰਮ ਹਨ, ਤੇ ਜਿਹੜਾ ਸੱਚਾ ਗਿਆਨ ਹੈ ਉਹ ਭਰਮਾਂ ਤੋਂ ਰਹਿਤ, ਉੱਥੇ ਭਰਮ ਕੋਈ ਨਹੀਂ ਜੀ। ਪ੍ਰਾਨ ਰਿਤ ਯੰਤਰ ਜੋਤੀ ਸੋਏ, ਨਿਰਵਿਕਲਪ ਵਾਕੇ ਅਸ ਹੋਏ। ਹਿਰਦੇ ਦੇ ਅੰਦਰ ਉਹ ਜੋਤ ਸਰੂਪ ਸਥਿਤ ਹੋ ਕੇ ਪ੍ਰਾਣਾਂ ਨੂੰ ਚਲਾ ਰਿਹਾ ਹੈ। ਤੁਹਾਡੇ ਸਵਾਸ ਨੂੰ ਧੱਕਾ ਲਾਉਣ ਵਾਲਾ ਉਹ ਹੀ ਆ। ਜਿੱਦੇ ਉਹਨੇ ਕਿਹਾ ਨਾ ਵੀ ਇਹਦਾ ਟਾਈਮ ਪੂਰਾ ਹੋ ਗਿਆ, ਉਹਨੇ ਸਵਾਸ ਨੂੰ ਧੱਕਣਾ ਹੀ ਬੰਦ ਕਰ ਦੇਣਾ। ਭਾਵੇਂ ਜਿੰਨੇ ਮਰਜ਼ੀ ਵੈਂਟੀਲੇਟਰ ਲਾ ਲਿਓ, ਫੇਰ ਨਹੀਂ ਸਵਾਸ ਅੰਦਰ ਜਾਊਗਾ। ਕਹੋ ਸਤਿਨਾਮ। ਫੇਰ ਨਹੀਂ ਜਾਊਗਾ। ਉਹ ਡਾਕਟਰ ਪੈਸੇ ਲੈਣ ਵਾਸਤੇ ਵੈਂਟੀਲੇਟਰ ਪਾਈ ਰੱਖਦੇ ਆ, ਇੱਥੋਂ ਐਂ ਜੇ ਕਰੀ ਜਾਂਦਾ ਹੌਲੀ ਹੌਲੀ। ਮਰੀਜ਼ ਦੇ ਮਾਲਕ ਕਹਿੰਦੇ ਚੱਲ ਸਾਡਾ ਬੰਦਾ ਜਿਉਂਦਾ ਹਜੇ। ਜਦੋਂ ਬਿੱਲ ਦੇ ਦਿੰਦੇ ਆ, ਪੈਸੇ ਦੇ ਦਿੰਦੇ ਆ, ਫਿਰ ਪੱਟਦੇ ਆ ਪੈਪਾਂ ਜੀਆਂ, ਇਹ ਤਾਂ ਮਰ ਗਿਆ ਭਾਈ, ਕਿਉਂ ਕੋਲ ਨੇ ਆਪਦਾ ਕੰਮ ਕਰ ਲਿਆ। ਕਹੋ ਸਤਿਨਾਮ। ਵੈਂਟੀਲੇਟਰ ਜਾਂ ਲਾ ਕੇ ਆਪਦਾ ਹਿਸਾਬ ਕਿਤਾਬ ਕਰ ਲਿਆ, ਬਿੱਲ ਲੈ ਲਏ, ਫਿਰ ਕਹਿੰਦੇ ਮਰ ਗਿਆ। ਉਹ ਮਰਿਆ ਹੀ ਹੁੰਦਾ ਅਸਲ ਦੇ ਵਿੱਚ। ਆਹ ਕਰੋਨਾ ਵਿੱਚ ਬੜੀਆਂ ਲੋਕਾਂ ਦੀਆਂ ਧੌਣਾ ਵੱਡੀਆਂ ਇਹਨਾਂ ਲੋਕਾਂ ਨੇ। ਗੁਰੂ ਕਿਰਪਾ ਕਰਨ, ਫਿਰ ਉਹਨਾਂ ਨੂੰ ਵੀ ਭੁਗਤਣੀਆਂ ਪੈਣਗੀਆਂ। ਗੱਲ ਸਦਨੇ ਦੀ ਯਾਦ ਆ ਗਈ। ਸਦਨਾ, ਇੱਕ ਦਿਨ ਰਾਜੇ ਦਾ ਬੰਦਾ ਆ ਗਿਆ। ਸਦਨਾ ਕਸਾਈ ਹੈ, ਘਰੇ ਹੈ, ਰਾਤ ਦਾ ਸਮਾਂ। ਜਿਹੜਾ ਦਿਨੇ ਬੱਕਰਾ ਵੱਢਿਆ ਸੀ ਉਹ ਸਾਰਾ ਵੇਚ ਕੇ ਆ ਗਿਆ, ਦੁਕਾਨ ਤੋਂ ਮੁਕਾ ਕੇ ਆ ਗਿਆ, ਘਰੇ ਜਿਉਂਦੇ ਖੜੇ ਆ। ਹੁਣ ਰਾਜੇ ਦਾ ਬੰਦਾ ਹੈ, ਉਹਨੂੰ ਜਵਾਬ ਕਿਵੇਂ ਦੇਵੇ? ਸਦਨਿਆ
2 ਕਿਲੋ ਮੀਟ ਚਾਹੀਦਾ, ਰਾਜਾ ਸਾਹਿਬ ਨੇ ਭੇਜਿਆ। ਉਹ ਛੁਰੀ ਚੱਕੀ, ਵੱਢਣ ਲੱਗਿਆ, ਸੋਚਿਆ ਵੀ ਜੇ ਧੌਣ ਵੱਢਤੀ ਹੁਣੇ ਤੜਕੇ ਨੂੰ ਬੇਹਾ ਹੋ ਜਾਣਾ। ਕਹੋ ਸਤਨਾਮ ਸਿੰਘ। 2 ਕਿਲੋ ਪਿੱਛੇ 20 ਕਿਲੋ ਦਾ ਬੱਕਰਾ ਖਰਾਬ ਹੋ ਜਾਣਾ। ਕਹੋ ਸਤਨਾਮ ਸਿੰਘ। ਚੱਲ ਐਂ ਕਰਦੇ ਆ, ਇੱਕ ਪੱਟ ਵੱਢ ਕੇ ਦੇ ਦਿੰਦੇ ਆ, ਇੱਕ ਸਾਈਡ ਤੋਂ ਲੱਕ ਵੱਢ ਕੇ ਦੇ ਦਿੰਦੇ ਆ ਇਹਦਾ, ਤੇ ਬਾਕੀ ਦਾ ਤੜਕੇ ਸਾਫ਼ ਕਰ ਲਾਂਗੇ। ਪਰ ਜਦੋਂ ਉਹਦੀ ਇੱਕ ਲੱਤ ਵੱਢਣ ਲੱਗਿਆ ਮਗਰਲੀ, ਫਿਰ ਕਹਿੰਦੇ ਬੱਕਰਾ ਹੱਸਿਆ ਤੇ ਬੋਲਿਆ, ਕਹਿੰਦਾ ਨਵੀਂ ਭਾਜੀ ਨਾ ਪਾ ਹੁਣ। ਕਹੋ ਸਤਨਾਮ ਸਿੰਘ। ਨਵੀਂ ਭਾਜੀ ਨਾ ਪਾ, ਕਦੇ ਤੂੰ ਬੱਕਰਾ ਬਣਦਾ ਤੇ ਕਦੇ ਮੈਂ ਸਦਨਾ ਬਣਦਾ, ਕਦੇ ਤੂੰ ਸਦਨਾ ਬਣਦਾ ਤੇ ਮੈਂ ਬੱਕਰਾ ਬਣਦਾ। ਕਹੋ ਸਤਨਾਮ। ਆਪਾਂ ਇੱਕ ਦੂਜੇ ਦੀ ਧੌਣ ਵੱਢਦੇ ਆ ਰਹੇ ਹਾਂ ਸਦੀਆਂ ਤੋਂ, ਕੋਈ ਫਰਕ ਨਹੀਂ ਪੈਂਦਾ ਗਾ। ਧੌਣ ਵੱਢ ਦਿੰਦਾ, ਮੈਂ ਮਰ ਜਾਣਾ, ਮੈਂ ਨਿਕਲ ਜਾਣਾ, ਫਿਰ ਮੈਂ ਕਸਾਈ ਬਣ ਜਾਣਾ, ਫਿਰ ਤੂੰ ਮਰ ਕੇ ਬੱਕਰਾ ਬਣ ਜਾਣਾ, ਮੈਂ ਤੈਨੂੰ ਵੱਢ ਦਿੰਦਾ। ਕਹੋ ਸਤਨਾਮ। ਆਹ ਨਵਾਂ ਕੰਮ ਨਾ ਕਰ, ਮੇਰੀ ਲੱਤ ਵੱਢੇਗਾ ਸਾਰੀ ਰਾਤ ਮੈਂ ਤੜਫੂੰਗਾ, ਫਿਰ ਮੈਂ ਵੀ ਤੈਨੂੰ ਆਈ ਵੱਢ ਕੇ ਸਿੱਟਿਆ ਕਰੂੰਗਾ। ਜਿਵੇਂ ਆਹ ਲਾਲਚੀ ਡਾਕਟਰਾਂ ਨੇ, ਬਹੁਤਿਆਂ ਨੇ ਨਹੀਂ, ਸਾਰਿਆਂ ਨੇ ਨਹੀਂ, ਕੁਝ ਪਰਸੈਂਟੇਜ ਨੇ ਕੀਤਾ। ਕਹੋ ਸਤਨਾਮ। ਸੰਸਾਰ ਭਿਆਨਕ ਬਿਮਾਰੀ ਦੀ ਵਿੱਚ ਫਸਿਆ ਹੋਇਆ ਹੈ, ਇਹਨਾਂ ਨੂੰ ਬੈਂਕ ਬੈਲੈਂਸ ਵਧਾਉਣ ਦੀ ਲੱਗੀ ਹੋਈ ਆ। ਕਹੋ ਸਤਨਾਮ। ਜਦੋਂ ਸਦਨੇ ਨੂੰ ਇਹ ਫੁਰਨਾ ਆਇਆ, ਮਤਲਬ ਹੁਣ ਤੁਸੀਂ ਕਹੋਗੇ ਬੱਕਰਾ ਤਾਂ ਬੋਲਦਾ ਨਹੀਂ, ਨਹੀਂ ਬੱਕਰਾ ਨਹੀਂ ਬੋਲਦਾ, ਬੱਕਰਾ ਨਹੀਂ ਬੋਲਿਆ, ਉਹਦੇ ਦਿਮਾਗ ਵਿੱਚ ਦਇਆ ਆ ਗਈ। ਕਹੋ ਸਤਨਾਮ। ਦਇਆ ਧਰਮ ਕਾ ਮੂਲ ਹੈ। ਜਦੋਂ ਹੀ ਦਇਆ ਪੈਦਾ ਹੋਗੀ ਤੁਸੀਂ ਧਰਮੀ ਹੋ ਜਾਓਗੇ। ਜਦੋਂ ਅੰਦਰ ਦਇਆ ਆਈ ਵੀ ਯਾਰ ਉਹ ਜੇ ਮੈਂ ਲੱਤ ਵੱਢ ਕੇ ਦੇਤੀ, ਇਹਨੇ ਤਾਂ ਖਾ ਪੀ ਲੈਣਾ, ਪਰ ਇਹ ਸਾਡਾ ਤੜਫੂਗਾ। ਜਵਾਬ ਮੈਂ ਦੇ ਨਹੀਂ ਸਕਦਾ ਤੇ ਛੁਰੀ ਮਾਰੀ ਚਲਾ ਕੇ। ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਮਹਾਂ ਕਸਾਬ ਛੁਰੀ ਸੱਟ ਪਾਈ। ਕਹਿੰਦਾ ਭਾਈ ਸਾਹਿਬ ਸਦਨਾ ਤਾਂ ਮਰ ਗਿਆ। ਉਹ ਕਸਾਈ ਮਰ ਗਿਆ ਸਦਨਾ। ਕਹਿੰਦੇ ਤੂੰ ਸਦਨਾ ਹੀ ਆ? ਕਹਿੰਦੇ ਨਹੀਂ, ਉਹ ਸਦਨਾ ਮਰ ਗਿਆ ਜਿਹੜਾ ਬੱਕਰੇ ਵੱਢਦਾ ਸੀ। ਕਹੋ ਸਤਨਾਮ। ਉਸ ਦਿਨ ਤੋਂ ਛੁਰੀ ਸਿੱਟਤੀ। ਭਾਵੇਂ ਹੁਣ ਰਾਜਾ ਮੈਨੂੰ ਅੰਦਰ ਕਰੇ, ਚਾਹੇ ਮੈਨੂੰ ਸਜ਼ਾ ਦੇਵੇ, ਪਰ ਮੈਂ ਹੁਣ ਬੱਕਰਾ ਨਹੀਂ ਵੱਢੂੰਗਾ। ਇੱਥੇ ਭਾਜੀ ਜਿਹੜੀ ਰੋਜ਼ ਪੈਂਦੀ ਸੀ ਨਾ, ਇੱਥੇ ਹੀ ਖਤਮ ਕਰਤੀ ਕਹਾਣੀ। ਤੇ ਜਿਨ੍ਹਾਂ ਨੇ ਨਵੀਂ ਸ਼ੁਰੂ ਕੀਤੀ ਆ, ਉਹਨਾਂ ਨੇ ਨਵੀਂ ਭਾਜੀ ਪਾਤੀ ਆ, ਤੇ ਫਿਰ ਮੋੜਨੀ ਵੀ ਪੈਣੀ ਆ। ਭਾਵ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਹੈ। ਪ੍ਰੀਤਮ ਜੀ ਕਹਿੰਦੇ ਹਨ, ਇਸੇ ਤਰ੍ਹਾਂ ਹੀ ਇਸੇ ਚੇਤਨਾ ਦੇ ਵਿੱਚੋਂ ਹੀ ਜਿਹੜਾ ਹੈ ਸਾਰਾ ਸੰਸਾਰ ਬਣਿਆ ਹੈ। ਸਤਿਆਂ ਗਿਆਨ ਮਨੰਤੇ ਬ੍ਰਹਮੰ, ਜਿਹੜੇ ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖਦੇ ਆ, ਇਹ ਸੱਚਾ ਗਿਆਨ ਹੈ। ਜਿਹੜੇ ਭਰਮ ਦੇ ਵਿੱਚ ਹਨ, ਉਹ ਵਿਗਿਆਨ ਹੈ। ਨਿਰਦ ਅੰਤਰ ਜੋਤੀ ਸੋਏ, ਨਿਰਵੈਕਲਪ ਵਾਕਿਆ ਸੋਏ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਜੋਤੀ ਸਰੂਪ ਬਣ ਕੇ ਸਾਡੇ ਪ੍ਰਾਣਾਂ ਨੂੰ ਚਲਾ ਰਿਹਾ ਹੈ। ਜਿਨ੍ਹਾਂ ਦੇ ਅੰਦਰ ਐਸਾ ਖਿਆਲ ਆ ਜਾਂਦਾ ਹੈ, ਐਸੇ ਵਾਕ ਨਿਰਵਿਕਲਪ ਕਹੇ ਜਾਂਦੇ ਹਨ। ਫਿਰ ਉੱਥੇ ਕੋਈ ਫੁਰਨਾ ਨਹੀਂ ਬਣਦਾ। ਕਰਮ ਕਰਤ ਹੋਵੇ ਨਿਹਕਾਮੀ। ਕਰਮ ਕਰਦਾ ਹੋਇਆ, ਲੰਗਰ ਛਕਾਉਂਦਾ ਹੋਇਆ, ਇਹ ਨਹੀਂ ਸੋਚਦਾ ਕਿ ਮੈਂ ਛਕਾ ਰਿਹਾ, ਤਾਂ ਉੱਥੇ ਫੁਰਨਾ ਰਹਿਤ ਹੋ ਗਿਆ। ਕਹੋ ਸਤਨਾਮ। ਕਰਮ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਜੇ ਫੁਰਨਾ ਬਣਾਓਗੇ ਬਈ ਮੈਂ ਲੰਗਰ ਦੀ ਸੇਵਾ ਕਰੂੰਗਾ, ਸਾਡੇ ਘਰੇ ਆ ਘਾਟ ਹੈ ਪੂਰੀ ਹੋ ਜੇ, ਉਹ ਹੋ ਜੂਗੀ, ਪਰ ਸੁਆਮੀ ਨਹੀਂ ਮਿਲਣਾ। ਕਹੋ ਸਤਨਾਮ। ਤੁਹਾਡੀ ਸੇਵਾ ਲੇਖੇ ਲੱਗੂਗੀ, ਸੇਵਾ ਦਾ ਫਲ ਮਿਲੂਗਾ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਮਨੁੱਖਾ ਜੀਵਨ ਸੁਧਾਰ ਕੇ ਜਾਣਾ ਕਿ ਸੰਸਾਰ ਦੀਆਂ ਵਸਤੂਆਂ ਮੰਗਣੀਆਂ। ਕਰਮ ਕਰਤ ਹੋਵੇ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਰਮ ਕਰਤ ਹੋਵੇ ਨਿਹਕਰਮ, ਤਿਸ ਬੈਸਨੋ ਕਾ, ਵੈਸਨੋ ਮਤਲਬ ਧਰਮੀ ਬੰਦੇ ਦਾ, ਤਿਸ ਬੈਸਨੋ ਕਾ ਨਿਰਮਲ ਧਰਮ, ਉਹਦਾ ਧਰਮ ਸਹੀ ਹੈ। ਕਹੋ ਸਤਨਾਮ। ਕਬੀਰ ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਦੁਨੀਆ 'ਚ ਰਹੂਗਾ, ਸੇਵਾ ਕਰੂਗਾ, ਸਭ ਕੁਝ ਕਰੂਗਾ, ਪਰ ਆਪਦਾ ਨਹੀਂ ਕਹੂਗਾ, ਤਾਂ ਉਹ ਜਿਹੜਾ ਹੈ ਨਿਰਵਿਕਲਪ ਹੋ ਸਕਦਾ ਹੈ ਤੇ ਪਰਮੇਸ਼ਰ ਵਿੱਚ ਮਿਲ ਸਕਦਾ ਹੈ ਜੀ ਦੋਹਰਾ। ਨਿਰਵਿਕਲਪ ਆਦਿਕ ਲਖੋ ਮਹਾਵਾਕੀ ਤੇ ਆਨ। ਉਹ ਮਹਾਵਾਕ ਤੋਂ ਵੱਖਰੇ ਜੋ ਮੈਂ ਨਿਰਕਲਪ, ਫੁਰਨੇ ਤੋਂ ਰਹਿਤ ਅਤੇ ਵਾਕ ਅਵੰਤਰ ਜਾਣ ਸਭ ਜੈਸੇ ਕਰੇ ਬਖਾਨ। ਫੁਰਨੇ ਤੋਂ ਰਹਿਤ ਅਤੇ ਫੁਰਨੇ ਵਾਲੇ ਬਚਨ ਜੋ ਤੁਹਾਡੇ ਨਾਲ ਸਾਂਝੇ ਕੀਤੇ ਹਨ, ਇਹਨਾਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਸਮਾਪਤੀ ਵੱਲ ਜਾ ਰਿਹਾ। ਆਓ 5 ਮਿੰਟ ਬਾਕੀ ਹੈ, ਸਿਮਰਨ ਕਰੀਏ, ਚੌਂਕੜੇ ਮਾਰੋ ਤੇ ਆਪਣਾ ਧਿਆਨ ਆਪਣੇ ਸਵਾਸਾਂ ਤੇ ਲਿਜਾ ਕਰਕੇ ਵਾਹਿਗੁਰੂ 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 ਜਪੋ ਸਾਰੇ।
ਹਿਰਦੇ ਦਾ ਜ਼ੋਰ ਲੱਗੇ, ਛਾਤੀ 'ਚੋਂ ਜ਼ੋਰ ਲੱਗੇ। ਵਾਹਿਗੁਰੂ 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 ਜਪੋ, ਪਿਆਰ ਨਾਲ ਜਪੋ। ਤੁਸੀਂ ਵਾਹਿਗੁਰੂ ਕਹਿੰਦੇ ਹੋਏ ਗੁਰੂ ਨੂੰ ਧੰਨ ਕਹਿ ਰਹੇ ਹੋ। ਇਹ ਸੋਚ ਕੇ ਕਹੋ ਕਿ ਮੇਰਾ ਗੁਰੂ ਧੰਨ ਹੈ। ਵਾਹਿਗੁਰੂ 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 ਵਾਹਿਗੁਰੂ। ਜ਼ੋਰ ਨਾਲ ਕਹੋ, ਜ਼ੋਰ ਲੱਗੇ ਮਾੜਾ ਜਿਹਾ, ਹਿਰਦੇ 'ਚ ਜ਼ੋਰ ਲੱਗੇ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, हे संगी हे निरंकार हे निर्गुण हे गोविंद हे गुण निधान सदा विवेक हे अपरंपर हर हरे हे संत कै सदा संग हे ठाकुर हों दासरो नानक दीजै नाम दान आए प्रभ शरणागति एक अखर हर मन बसत एक अंकारा सतगुरु वाहिगुरु जी की फतेह है वाहिगुरु जी की फतेह है वाहिगुरु जी का खालसा वाहिगुरु जी की फतेह।